ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਨਿਦਾਨ ਵਾਲੀਏ ਕੁਲ ਆਲਮ ਸਰਬੇ ਕਾਇਨਾਤ ਦੇ ਰਹਿਬਰ ਧੰਨ ਦਾਤਾਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਗਤ ਜੋਤ ਅਕਾਲ ਪੁਰਖ ਪਾਤਸ਼ਾਹ ਦੀ ਪਾਵਨ ਗੋਦ ਅੰਦਰ ਬਾਜਾਂ ਵਾਲੇ ਸ਼ਹਿਨਸ਼ਾਹ ਕਲਗੀਧਰ ਦਾਤਾਰ ਹਜੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਇਹਨਾਂ ਮਹਾਨ ਪਾਵਨ ਪਵਿੱਤਰ ਪ੍ਰਗਟ ਅਸਥਾਨ ਤਖਤ ਸ਼੍ਰੀ ਹਰਿਮੰਦਰ ਜੀ ਸ਼੍ਰੀ ਪਟਨਾ ਸਾਹਿਬ ਦੀ ਪਾਵਨ ਇਲਾਹੀ ਸਰਜ਼ਮੀਂ ਤੇ ਗੁਰੂ ਕੀ ਪਾਵਨ ਗੋਦ ਅੰਦਰ ਸੱਜ ਬੈਠੇ ਗੁਰੂ ਸਵਾਰੇ ਖਾਲਸਾ ਜੀ। ਆਓ ਸਾਹਿਬ ਨੇ ਤਰਸ ਕੀਤਾ ਇਹਨਾਂ ਕਲੀ ਕਾਲ ਦੇ ਭਿਆਨਕ ਸਮਿਆਂ ਦੇ ਅੰਦਰ ਬਹੁਤ ਜ਼ਿਆਦਾ ਅਸਤ ਵਿਅਸਤ ਹੋਈ ਇਸ ਜ਼ਿੰਦਗੀ ਦੇ ਅੰਦਰ ਮਾਲਕ ਨੇ ਸੁਲੱਖਣੀਆਂ ਘੜੀਆਂ ਬਖਸ਼ੀਆਂ ਕਿ ਗੁਰੂ ਪਾਤਸ਼ਾਹ ਦੀ ਗੋਦ ਅੰਦਰ ਬੈਠੇ ਹਾਂ। ਹਜੂਰ ਪਾਤਸ਼ਾਹ ਜੀ ਦੇ ਇਹ ਪਾਵਨ ਲੜੀਵਾਰ ਇਤਿਹਾਸ ਬੜਾ ਸਾਡਾ ਸੁਭਾਗ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਬਹਿ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਦਾਦੇ ਸਤਿਗੁਰੂ ਦਾ ਇਤਿਹਾਸ ਸਰਵਣ ਕਰ ਰਹੇ ਹਾਂ। ਹਜੂਰ ਗੁਰੂ ਹਰਗੋਬਿੰਦ ਮਹਾਰਾਜ ਦੇ ਪਾਵਨ ਜੀਵਨ ਬਿਰਤਾਂਤ ਜੋ ਕੱਲ ਚੱਲਦੀ ਹੋਈ ਪਾਵਨ ਲੜੀ ਨੂੰ ਫਿਰ ਪ੍ਰਾਰੰਭ ਕੀਤਾ ਗਿਆ ਹੈ। ਕੱਲ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਹੈ ਹਜੂਰ ਗੁਰੂ ਹਰਗੋਬਿੰਦ ਮਹਾਰਾਜ ਮੀਰੀ ਪੀਰੀ ਦੇ ਦਾਤੇ ਸ਼੍ਰੀ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਟਿਕੇ ਨੇ। ਬੇਅੰਤ ਸੰਗਤਾਂ ਹਜੂਰ ਪਾਤਸ਼ਾਹ ਦੇ ਦੀਦਾਰ ਕਰਨ ਆਉਂਦੀਆਂ ਨੇ। ਬੇਅੰਤ ਖੇਡਾਂ ਬੇਅੰਤ ਚੋਜ ਬੇਅੰਤ ਕੌਤਕ ਜਿਹੜੇ ਨੇ ਉੱਥੇ ਹੋ ਰਹੇ ਨੇ। ਇਹਨਾਂ ਦੇ ਵਿੱਚੋਂ ਹੀ ਇੱਕ ਭਾਈ ਐਸਾ ਗੁਰੂ ਕਾ ਪਿਆਰ ਵਾਲਾ ਸਿੱਖ ਹੈ ਜਿਸ ਦਾ ਬੱਚਾ ਜਿਹੜਾ ਹੈ ਅਨੰਤਾ ਹੈ, ਭਾਈ ਨੰਨੂ ਹੈ, ਉਹਦਾ ਬੱਚਾ ਅਨੰਤਾ ਹੈ। ਉਹਨੇ ਹਜੂਰ ਪਾਤਸ਼ਾਹ ਜੀ ਦੀ ਸੇਵਾ ਵਿੱਚ ਆਨ ਹਾਜ਼ਰ ਹੋਣਾ ਕੀਤਾ। ਭਾਈ ਕੁੱਕੋ ਨਾਮ ਦਾ ਸਿੱਖ ਸੀ, ਉਹਦਾ ਬੱਚਾ ਉਹਦਾ ਪੁੱਤਰ ਅਨੰਤਾ ਉਹਨੇ ਹਜੂਰ ਪਾਤਸ਼ਾਹ ਦੀ ਸੇਵਾ ਵਿੱਚ ਰਹਿੰਦਾ ਹੈ। ਲਾਂਗਰੀ ਨੇ ਜਿਵੇਂ ਹੁਕਮ ਕੀਤਾ ਹੈ ਕਿ ਤੂੰ ਅਨਾਜ ਦੀ ਰਾਖੀ ਕਰਨੀ ਹੈ, ਕਾਂ ਉਡਾਉਣੇ ਨੇ। ਉਹਨੇ ਗੁਲੇਲਾ ਪਕੜਿਆ ਹੈ, ਸੋ ਇੱਕ ਕਾਂ ਆਇਆ, 2-4 ਵਾਰ ਉਡਾਇਆ, ਉਹ ਨਹੀਂ ਹਟਿਆ, ਉਹਨੇ ਗੁਲੇਲਾ ਮਾਰਿਆ, ਉਹਦੀ ਲੱਤ ਜਿਹੜੀ ਹੈ ਉਹ ਜਿਵੇਂ ਕਹਿ ਲਓ ਟੁੱਟ ਗਈ, ਉਹਨੂੰ ਤੁਰਨਾ ਮੁਸ਼ਕਲ ਹੋ ਗਿਆ। ਗੁਰੂ ਹਰਗੋਬਿੰਦ ਮਹਾਰਾਜ ਨੇ ਜਦੋਂ ਭੋਜਨ ਛਕਣ ਲੱਗਿਆ ਉਸ ਕਾਂ ਦੀ ਹਾਲਤ ਦੇਖੀ। ਸੁਭਾਵਕ ਗੁਰੂ ਦੀ ਰਸਨਾ ਤੋਂ ਇਹ ਬਚਨ ਨਿਕਲਿਆ, ਕਿਉਂਕਿ ਗੁਰੂ ਕਦੀ ਐਸਾ ਨਾ ਸੋਚਿਓ ਕਿ ਕਿਸੇ ਨੂੰ ਸ਼ਰਾਪ ਦਿੰਦਾ ਹੈ। ਸੁਭਾਵਕ ਸੁੱਤੇ ਸਿੱਧ ਗੁਰੂ ਦੀ ਰਸਨਾ ਤੋਂ ਬਚਨ ਨਿਕਲਿਆ ਕਿ ਜਿਨਨੇ ਇਹਨੂੰ ਦੁੱਖ ਦਿੱਤਾ ਹੈ ਉਹ ਪਾਤਾਲ ਦੇ ਉਸ ਕੁੰਭੀ ਨਰਕ ਦੇ ਵਿੱਚ ਚਲਾ ਜਾਏਗਾ ਤਾਂ ਇਹਦਾ ਦੁੱਖ ਜਿਹੜਾ ਉਹ ਖਤਮ ਹੋਏਗਾ। ਸੋ ਇਹ ਸ਼ਬਦ ਜਦੋਂ ਉਸ ਬੱਚੇ ਨੇ ਸੁਣਿਆ, ਜਾ ਕੇ ਆਪਣੇ ਪਿਤਾ ਨੂੰ ਦੱਸਿਆ, ਬੜੀ ਚਿੰਤਾ ਹੋਈ ਹੈ। ਸੋ ਆਖਰ ਇਸ ਚਿੰਤਾ ਦਾ ਹੱਲ ਕੱਢਣ ਵਾਸਤੇ ਗੁਰੂ ਕੇ ਪਿਆਰ ਵਾਲੇ ਸਿੱਖ ਭਾਈ ਬਿਧੀ ਚੰਦ ਸਾਹਿਬ ਜੀ ਦੇ ਕੋਲ ਗਏ ਨੇ। ਉਹਨਾਂ ਨੂੰ ਸਾਰੀ ਆਪਣੀ ਪੀੜਾ ਆਪਣੀ ਵਿਥਿਆ ਦੱਸੀ ਹੈ। ਉਹਨਾਂ ਨੇ ਕਿਹਾ ਤੁਸੀਂ ਧੀਰਜ ਰੱਖੋ, ਮੈਂ ਕੋਈ ਜੁਗਤ ਜਿਹੜੀ ਉਹ ਬਣਾਵਾਂਗਾ। ਗੁਰੂ ਹਰਗੋਬਿੰਦ ਮਹਾਰਾਜ ਫਿਰ ਜਦੋਂ ਸ਼ਿਕਾਰ ਖੇਡਦੇ ਨੇ, ਸ਼ਿਕਾਰ ਖੇਡ ਕੇ ਥੋੜ੍ਹਾ ਸਮਾਂ ਸਾਹਿਬ ਪਾਤਸ਼ਾਹ ਟਿਕੇ ਤਾਂ ਭਾਈ ਬਿਧੀ ਚੰਦ ਸਾਹਿਬ ਨੇ ਬੜੀ ਜੁਗਤ ਨਾਲ ਕਿਹਾ, ਮਹਾਰਾਜ ਮੈਨੂੰ ਉਹ ਕੁੰਭੀ ਨਰਕ ਜਿਹੜੇ ਹਨ ਉਹ ਨਰਕਾਂ ਦੀ ਪਤਾਲ ਵਾਲੇ ਨਰਕਾਂ ਦੀ ਸਜ਼ਾ ਜਿਹੜੀ ਹੈ ਉਹ ਮੈਨੂੰ ਦਿਓ, ਮੈਨੂੰ ਉੱਥੇ ਪਹੁੰਚਾ ਦਿਓ। ਅਤੇ ਹਜੂਰ ਪਾਤਸ਼ਾਹ ਜੀ ਨੇ ਬਚਨ ਕਹਿ, ਨਹੀਂ ਤੈਨੂੰ ਕਿਉਂ ਪਹੁੰਚਾਉਣਾ? ਕਹਿੰਦਾ ਤੁਸੀਂ ਉਸ ਬੱਚੇ ਨੂੰ ਜੋ ਪਹੁੰਚਾਉਣਾ ਉਹਦੀ ਜਗ੍ਹਾ 'ਤੇ ਮੈਨੂੰ ਉਹ ਦੁੱਖ ਦੇ ਦਿਓ। ਫਿਰ ਹਜੂਰ ਪਾਤਸ਼ਾਹ ਜੀ ਨੇ ਜੋ ਬਚਨ ਕਹੇ ਸੀ, ਨਹੀਂ ਅਸੀਂ ਆਪਣੇ ਸਿੱਖਾਂ ਨੂੰ ਇਹ ਦੁੱਖ ਨਹੀਂ ਲੱਗਣ ਦਾਂਗੇ। ਉਸ ਵਕਤ ਛੋਟੇ ਮੀਰ ਗਰਾਮ ਦੇ ਕੋਲ ਸੀ ਤਾਂ ਸਾਹਿਬ ਕਹਿੰਦੇ ਦੁੱਖ ਇਹਨਾਂ ਲੋਕਾਂ ਨੂੰ ਲੱਗੇ ਜਿਹੜੇ ਨਮਕ ਹਰਾਮੀ ਹੋ ਗਏ, ਪੈਂਦੇ ਖਾਂ ਵਰਗੇ ਜਿਹੜੇ ਅਕਿਰਤ ਕਣ ਹੋ ਗਏ, ਮੇਰੇ ਸਿੱਖਾਂ ਨੂੰ ਭਲਾ ਇਹ ਨਰਕਾਂ ਦਾ ਦੁੱਖ ਕਿਉਂ ਲੱਗੇ। ਸੋ ਇਸ ਤਰ੍ਹਾਂ ਹਜੂਰ ਪਾਤਸ਼ਾਹ ਜੀ ਨੇ ਇਹ ਬਚਨ ਜਿਹੜੇ ਕਹੇ ਅਤੇ ਗੁਰੂ ਕੇ ਸਿੱਖ ਦੇ ਸਿਰ ਤੋਂ ਇਹ ਭਾਰੀ ਬਲਾ ਜਿਹੜੀ ਸੀ ਨਰਕ ਵਾਲੀ ਇਹ ਟਲ ਗਈ ਹੈ। ਸੋ ਇੱਥੇ ਚਿੱਤਰਕਾਰ 2 ਆਏ ਨੇ, ਉਹ ਸਤਿਗੁਰੂ ਪਾਤਸ਼ਾਹ ਜੀ ਨੂੰ ਮਿਲੇ, ਉਹਨਾਂ ਨੇ ਨਮਸਕਾਰ ਕੀਤੀ ਅਤੇ ਭਾਈ ਬਿਧੀ ਚੰਦ ਸਾਹਿਬ ਕੋਲ ਖੜੇ ਨੇ। ਹਜੂਰ ਪਾਤਸ਼ਾਹ ਉਹਨਾਂ ਨੂੰ ਪੁੱਛਦੇ ਨੇ ਕੀ ਕਿਰਤ ਕਰਦੇ ਹੋ? ਅਤੇ ਉਹਨਾਂ ਨੇ ਕਿਹਾ ਕਿ ਮਹਾਰਾਜ ਜੀ ਵੈਸੇ ਤਾਂ ਅਸੀਂ ਲੱਕੜੀ ਦਾ ਕਾਰਜ ਜਿਹੜਾ ਹੈ ਤਰਖਾਣਾ ਕਿਰਤ ਜਿਹੜੀ ਆ ਉਹ ਕਰਦੇ ਹਾਂ ਮਹਾਰਾਜ, ਪਰ ਅਸੀਂ ਚਿੱਤਰਕਾਰ ਹਾਂ, ਅਸੀਂ ਚਿੱਤਰਕਾਰੀ ਵੀ ਕਰਦੇ ਹਾਂ। ਸੋ ਭਾਈ ਬਿਧੀ ਚੰਦ ਸਾਹਿਬ ਜੀ ਨੇ ਉਹਨਾਂ ਦੇ ਮਨ ਦੀ ਮਨਸ਼ਾ ਜਿਹੜੀ ਉਹ ਸਮਝ ਲਈ ਹੈ ਅਤੇ ਇੱਥੇ ਫਿਰ ਭਾਈ ਬਿਧੀ ਚੰਦ ਸਾਹਿਬ ਜੀ ਉਹਨਾਂ ਨੂੰ ਇੱਕ ਇਸ਼ਾਰਾ ਕਰਨ ਲੱਗੇ ਸਨ। ਇੱਥੇ ਕੱਲ੍ਹ ਬੜੇ ਪਿਆਰ ਦੇ ਨਾਲ ਆਪ ਜੀ ਨੇ ਸਤਿਕਾਰਯੋਗ ਸਿੰਘ ਸਾਹਿਬ, ਗਿਆਨੀ ਸੁਖਦੇਵ ਸਿੰਘ ਜੀ, ਤਿੰਨਾਂ ਪਾਸੋਂ ਬੜੇ ਵਿਸਥਾਰ ਦੇ ਨਾਲ ਇਹ ਪ੍ਰਸੰਗ ਕੱਲ੍ਹ ਸਰਵਣ ਕੀਤਾ ਹੈ। ਆਓ ਹਜੂਰ ਅੱਗੇ ਤਰਲਾ ਲਓ ਕਿ ਮਾਲਕ ਸਤਿਗੁਰੂ ਜਿੰਨਾ ਸਮਾਂ ਆਪ ਜੀ ਬਖਸ਼ੋ
ਸਾਨੂੰ ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਦਿਓ। ਆਪ ਜੀ ਦੇ ਇਤਿਹਾਸ ਨੂੰ ਅਸੀਂ ਦੇਖਿਆ ਨਹੀਂ ਹੈ, ਪਰ ਤਰਸ ਕਰਿਓ ਅਸੀਂ ਇਸ ਕਲੀ ਕਾਲ ਦੀ ਘੜੀ ਦੇ ਅੰਦਰ ਮਹਿਸੂਸ ਕਰ ਸਕੀਏ। ਇਕਾਗਰਤਾ ਦੀ ਦਾਤ ਸਾਨੂੰ ਕਹਿਣ ਸੁਣਨ ਵਾਲਿਆਂ ਨੂੰ ਬਖਸ਼ਿਸ਼ ਕਰਿਓ। ਆਓ ਜਿਤਨੇ ਵੀ ਸਰੀਰ ਦੁਨੀਆ ਭਰ ਵਿੱਚ ਜੁੜ ਬੈਠੇ ਹੋ, ਸੁਰਤੀਆਂ ਬਿਰਤੀਆਂ ਇਕਾਗਰ ਕਰੋ। ਪਿਆਰ ਸਹਿਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੁਨਿਓ ਨਕਾ ਸੁਪਨਿਓ ਜੁਤ ਬਿਨਤੀ। ਜਦੋਂ ਭਾਈ ਬਿਧੀ ਚੰਦ ਸਾਹਿਬ ਜੀ ਨੇ ਇਹਨਾਂ ਦੀ ਮਨਸ਼ਾ ਦੇਖੀ, ਇਹ ਚਾਹੁੰਦੇ ਸੀ ਕਿ ਅਸੀਂ ਗੁਰੂ ਸਾਹਿਬ ਜੀ ਦਾ ਚਿੱਤਰ ਬਣਾਈਏ, ਕਿਉਂਕਿ ਇਹ ਨਕਾਸ਼ ਸਨ, ਭਾਵ ਚਿੱਤਰਕਾਰ ਸਨ। ਪਰ ਇਹਨਾਂ ਨੇ ਆਪਣੀ ਰਸਨਾ ਤੋਂ ਇਹ ਕਿਹਾ ਨਾ। ਆਖਰ ਇਹਨਾਂ ਦੀ ਬਿਰਤੀ, ਇਹਨਾਂ ਦੀ ਭਾਵਨਾ ਭਾਈ ਬਿਧੀ ਚੰਦ ਸਾਹਿਬ ਨੇ ਦੇਖੀ। ਕਹਿੰਦੇ ਇੰਜ ਕਰੋ, ਗੁਰੂ ਹਰਗੋਬਿੰਦ ਮਹਾਰਾਜ ਜੀ ਜਿਸ ਤਰ੍ਹਾਂ ਘੋੜੇ ਦੇ ਉੱਤੇ ਸੁਭਾਇਮਾਨ ਹਨ, ਕੱਲ ਸਾਰਾ ਜ਼ਿਕਰ ਆਇਆ ਸੀ। ਹਜੂਰ ਪਾਤਸ਼ਾਹ ਜੀ ਦਾ ਬਿਲਕੁਲ ਸਫੈਦ ਘੋੜਾ ਹੈ, ਬਿਲਕੁਲ ਸਫੈਦ ਚਿੱਟੇ ਵਸਤਰ ਜਿਹੜੇ ਨੇ ਪਾਤਸ਼ਾਹ ਜੀ ਨੇ ਚੋਲਾ ਪਹਿਨਿਆ ਹੈ, ਤੇ ਫਿਰ ਪਾਤਸ਼ਾਹ ਜੀ ਦੀ ਕਲਗੀ ਜਿਹੜੀ ਉਹ ਵੀ ਬਿਲਕੁਲ ਸਫੈਦ ਹੈ। ਬਾਜ ਵੀ ਸਤਿਗੁਰੂ ਪਾਤਸ਼ਾਹ ਜੀ ਦਾ ਬਿਲਕੁਲ ਚਿੱਟਾ ਹੈ, ਚੌਰ ਵੀ ਬਿਲਕੁਲ ਚਿੱਟਾ ਹੈ, ਜਿਵੇਂ ਹੰਸ ਜਿਹੜਾ ਉਹ ਕਿਤੇ ਉਡਾਰੀਆਂ ਭਰਦਾ ਹੋਵੇ। ਇਹ ਸਾਰਾ ਅਲੰਕਾਰ ਕੱਲ ਕਵੀ ਜੀ ਨੇ ਬੰਨਿਆ। ਤੇ ਭਾਈ ਸਾਹਿਬ ਭਾਈ ਬਿਧੀ ਚੰਦ ਸਾਹਿਬ ਜੀ ਇਹਨਾਂ ਨੂੰ ਕਹਿਣ ਲੱਗੇ, ਮੇਰੇ ਗੁਰੂ ਦੀ ਸ਼ੋਭਾ ਸਦਾ ਹੀ ਦੂਣ ਸਵਾਈ ਹੈ, ਬਹੁਤ ਚੜ੍ਹਦੀ ਸ਼ੋਭਾ ਹੈ, ਦਿਨ ਰਾਤ ਦੁੱਗਣੀ ਚੌਗਣੀ। ਪਰ ਅੱਜ ਮੇਰਾ ਮਾਲਕ ਜਿਹੜਾ ਬਹੁਤ ਹੀ ਜ਼ਿਆਦਾ ਸ਼ੋਭਦਾ ਪਿਆ ਹੈ, ਕਿਉਂਕਿ ਹਜੂਰ ਪਾਤਸ਼ਾਹ ਜੀ ਕਦੇ ਕਦੇ ਐਸੇ ਵਸਤਰ ਜਿਹੜੇ ਉਹ ਪਹਿਨਦੇ ਸੀ, ਨਹੀਂ ਤਾਂ ਜ਼ਿਆਦਾਤਰ ਕਦੀ ਪਾਤਸ਼ਾਹ ਜੀ ਕਿਸੇ ਰੰਗ ਦੀ ਪੁਸ਼ਾਕ ਪਹਿਨ ਲੈਣੀ। ਅੱਜ ਪਾਤਸ਼ਾਹ ਜੀ ਨੇ ਪੁਸ਼ਾਕ ਪਹਿਨੀ। ਭਾਈ ਬਿਧੀ ਚੰਦ ਸਾਹਿਬ ਕਹਿੰਦੇ ਮਾਲਕ ਬੜਾ ਸ਼ੋਭਦਾ ਪਿਆ। ਤਾਂ ਕਹਿੰਦੇ ਇਹ ਚਿੱਤਰਕਾਰੋ, ਤੁਸੀਂ ਹਜੂਰ ਪਾਤਸ਼ਾਹ ਜੀ ਦਾ ਜਿਸ ਤਰ੍ਹਾਂ ਸਰੂਪ ਦੇਖ ਰਹੇ ਹੋ, ਇਸ ਤਰ੍ਹਾਂ ਦਾ ਚਿੱਤਰ ਜਿਹੜਾ ਉਹ ਮੈਨੂੰ ਬਣਾ ਦੇਣਾ ਕਰੋ। ਤਾਂ ਸੁਨਿਓ ਨਕਾਸ਼ ਭਨਿਓ ਜੁਤ ਬਿਨਤੀ। ਉਹਨਾਂ ਨਕਾਸ਼, ਉਹਨਾਂ ਚਿੱਤਰਕਾਰਾਂ ਨੇ ਹੱਥ ਜੋੜੇ, ਬੜੇ ਪਿਆਰ ਸਹਿਤ ਭਾਈ ਬਿਧੀ ਚੰਦ ਸਾਹਿਬ ਨੂੰ ਕਹਿਣ ਲੱਗੇ, ਸੀਸ ਗਣੇਸ਼ ਸਾਰਦਾ ਮਾਏ। ਕਿ ਭਾਈ ਸਾਹਿਬ ਜੀ ਅਸਲ ਦੇ ਵਿੱਚ ਸ਼ੇਸ਼ ਗਣੇਸ਼ ਭਾਵ ਸ਼ੇਸ਼ ਨਾਗ ਜਾਂ ਗਣੇਸ਼ ਜਾਂ ਸ਼ਾਰਦਾ ਸਰਸਵਤੀ ਮਾਂ ਜਿਹੜੀ ਦੇਵੀ ਮੰਨੀ ਗਈ ਹੈ, ਇਹ ਸਾਰਿਆਂ ਨੂੰ ਇੱਕ ਪਾਸੇ ਇਕੱਠੇ ਕਰ ਦਈਏ ਤਾਂ ਪਾਰ ਨ ਪਾਇਸ ਕਹਿ ਜਿਨ ਕੇਰਾ। ਜਿਸ ਗੁਰੂ ਹਰਗੋਬਿੰਦ ਮਹਾਰਾਜ ਦਾ ਇਹ ਦੇਵਤੇ ਵੀ ਪਾਰ ਨਹੀਂ ਪਾ ਸਕੇ। ਸ਼ਾਰਦਾ ਨੂੰ ਸਰਸਵਤੀ ਨੂੰ ਮੰਨਿਆ ਜਾਂਦਾ ਹੈ, ਉਹ ਵਿਦਿਆ ਦੀ ਦਾਤੀ ਹੈ, ਉਹ ਸੰਗੀਤ ਦੀ ਦਾਤੀ ਹੈ, ਉਹ ਬੜੀਆਂ ਕਲਾ ਉਹਦੇ 'ਚ ਮੰਨੀਆਂ ਜਾਂਦੀਆਂ। ਗਣੇਸ਼ ਨੂੰ ਲਿਖਣ ਵਿੱਚ ਸਭ ਤੋਂ ਤੇਜ਼ ਮੰਨਿਆ ਜਾਂਦਾ, ਲੇਖੇ ਜੋਖੇ ਦਾ ਮਾਲਕ ਕਹਿ ਲਓ ਉਹਨੂੰ। ਤਾਂ ਇਹ ਚਿੱਤਰਕਾਰ ਕਹਿੰਦੇ ਨੇ ਇਹ ਸਾਰੇ ਦੇਵਤੇ ਵੀ ਜਿਸ ਗੁਰੂ ਹਰਗੋਬਿੰਦ ਮਹਾਰਾਜ ਦਾ ਕੋਈ ਪਾਰਾਵਾਰ ਨਹੀਂ ਪਾ ਸਕਦੇ। ਸੋ ਮਮ ਪਾਸ ਲਿਖੇ ਕਿਮ ਜਾਏ। ਅਸੀਂ ਇੱਕ ਅਲਪੱਗ ਜੀਵ, ਅਸੀਂ ਕਲਯੁਗੀ ਜੀਵ, ਅਸੀਂ ਵਾਸ਼ਨਾ ਵਿੱਚ ਜਿਉਣ ਵਾਲੇ ਜੀਵ, ਸਾਡੇ ਤੋਂ ਭਲਾ ਗੁਰੂ ਹਰਗੋਬਿੰਦ ਮਹਾਰਾਜ ਦਾ ਸਰੂਪ ਜਿਹੜਾ ਉਹ ਭਲਾ ਕਿਵੇਂ ਬਣ ਜਾਏਗਾ, ਕਿਵੇਂ ਬਣਾ ਦੇਵਾਂਗੇ। ਨਿਸਚੇ ਸੁਣੀ ਬਾਤ ਇੱਕ ਐਸੀ। ਤੇ ਜਦੋਂ ਪਿਆਰ ਨਾਲ ਕਹਿੰਦੇ ਹਾਂ ਇਹ ਗੱਲ ਹੈ, ਅਸੀਂ ਨਿਸ਼ਚੇ ਕਰਕੇ ਇੱਕ ਗੱਲ ਜਿਹੜੀ ਗੁਰੂ ਘਰ ਦੇ ਪ੍ਰਤੀ ਦੁਨੀਆ ਦੇ ਵਿੱਚ ਵਿਚਰਦਿਆਂ ਹੋਇਆਂ ਸੁਣਨਾ ਕੀਤੀ ਹੈ। ਗੁਰ ਕੈ ਗੁਰ ਸਿੱਖ ਸਿੰਧ ਤਰਾਏ। ਗੁਰ ਕੈ ਗੁਰ ਸਿੱਖ ਸਿੰਧ ਤਰਾਏ। ਕਹਿੰਦੇ ਗੁਰੂ ਤੇ ਬਹੁਤ ਅਗਾਂਹ ਦੀ ਗੱਲ ਹੈ। ਗੁਰਸਿੱਖ ਸਿੰਧ ਤਰਾਏ, ਕਹਿੰਦੇ ਅਸੀਂ ਗੁਰੂ ਘਰ 'ਚ ਇਹ ਗੱਲ ਸੁਣੀ ਹੈ ਕਿ ਗੁਰੂ ਤੇ ਇੰਨੀ ਸਮਰੱਥਾ ਰੱਖਦਾ ਹੀ ਰੱਖਦਾ ਕਿ ਗੁਰੂ ਤੇ ਭਾਏ ਸਾਗਰ ਸਮੁੰਦਰ ਤੋਂ ਪਾਰ ਕਰਦਾ ਹੀ ਹੈ। ਗੁਰਸਿੱਖ ਸਿੰਧ ਤਰਾਏ, ਗੁਰੂ ਕੇ ਸਿੱਖ ਅੰਦਰ ਵੀ ਇੰਨਾ ਬਲ ਹੁੰਦਾ ਹੈ ਕਿ ਉਹ ਵੀ ਕਿਸੇ ਨੂੰ ਥਾਪੜਾ ਦੇ ਦੇ, ਕਿਸੇ ਨੂੰ ਅਸੀਸ ਦੇ ਦੇ, ਕਿਸੇ ਵੱਲ ਮਿਹਰ ਦੀ ਨਿਗਾਹ ਕਰ ਦੇ, ਤਾਂ ਗੁਰੂ ਕਾ ਸਿੱਖ ਵੀ ਦੁਨੀਆ ਨੂੰ ਭੈ ਸਾਗਰ ਤੋਂ ਪਾਰ ਕਰ ਦਿੰਦਾ ਹੈ। ਕਰ ਹੈ ਕਿਰਪਾ ਤੋ ਮੈਂ ਲਿਖ ਸਕੂੰ। ਤੇ ਕਹਿੰਦੇ ਭਾਈ ਬਿਧੀ ਚੰਦ ਸਾਹਿਬ ਜੀ ਤੁਸੀਂ ਸਾਨੂੰ ਥਾਪੜਾ ਦਿਓ, ਸਾਡੀ ਇੰਨੀ ਹਿੰਮਤ ਨਹੀਂ ਅਸੀਂ ਗੁਰੂ ਹਰਗੋਬਿੰਦ ਮਹਾਰਾਜ ਨੂੰ ਇਹ ਬੋਲ ਕਹਿ ਸਕੀਏ। ਸੋ ਤੁਹਾਡੇ ਕੋਲ ਬੜੀ ਤਾਕਤ ਹੈ, ਗੁਰੂ ਹਰਗੋਬਿੰਦ ਮਹਾਰਾਜ ਨੇ ਬੜੀਆਂ ਅਸੀਸਾਂ ਦਿੱਤੀਆਂ ਨੇ ਤੁਹਾਨੂੰ, ਤੁਸੀਂ ਸਾਡੇ ਤੇ ਇਹ ਕਿਰਪਾ ਕਰਨੀ ਕਰੋ। ਅਲਪ ਜੀਵ ਕੇ ਬਨ ਹੈ ਸਹਾਏ। ਅਸੀਂ ਅਲਪੱਗ ਜੀਵ ਹਾਂ, ਬੜੇ ਛੋਟੇ ਜਿਹੇ ਜੀਵ ਹਾਂ, ਤੇ ਸਾਡੇ ਅਲਪੱਗ ਜੀਵਾਂ ਦੇ ਤੁਸੀਂ ਮਦਦਗਾਰ ਬਣ ਜਾਣਾ ਕਰੋ। ਕਰਹੁ ਕਿਰਪਾ ਤਬ ਲਿਖ ਹੈ ਪੁੱਤਰ ਮਮ। ਜਦੋਂ ਤੁਸੀਂ ਕਿਰਪਾ ਕਰੋਗੇ ਤਾਂ ਪਿਤਾ ਕਹਿ ਰਿਹਾ ਪੁੱਤਰ ਮਮ, ਮੇਰਾ ਪੁੱਤਰ ਜਿਹੜਾ ਨਾ ਭਾਈ ਬਿਧੀ ਚੰਦ ਸਾਹਿਬ ਜੀ ਤੁਸੀਂ ਇਹਨੂੰ ਅਸੀਸ ਦਿਓ ਤੇ ਇਹ ਗੁਰੂ ਸਾਹਿਬ ਦਾ ਚਿੱਤਰ ਬਣਾ ਲਵੇਗਾ। ਬਿਧੀ ਚੰਦ ਤੇ ਨਿਕਟ ਬੁਲਾਏ। ਫਿਰ ਭਾਈ ਬਿਧੀ ਚੰਦ ਸਾਹਿਬ ਜੀ ਨੇ ਇਹਦੇ ਪੁੱਤਰ ਨੂੰ ਨੇੜੇ ਬੁਲਾ ਲਿਆ, ਭਾਵ ਥੋੜੀ ਦੂਰੀ ਤੋਂ ਗੱਲ ਹੋ ਰਹੀ ਸੀ, ਬਿਲਕੁਲ ਕੋਲ ਸੱਦ ਲਿਆ ਹੈ। ਹੇ ਸੁਤ ਲਿਖੋ ਸਹਾਏ ਗੁਰੂ ਨਿਤ। ਬੜਾ ਪਿਆਰਾ ਸ਼ਬਦ ਵਰਤਿਆ ਭਾਈ ਸਾਹਿਬ ਨੇ, ਕਹਿੰਦੇ ਹੇ ਸੁਤ,
हे ਪੁੱਤਰ, ਜਿਵੇਂ ਆਪਾਂ ਆਮ ਹੀ ਕਿਸੇ ਨੂੰ ਕਹਿ ਦਿੰਦੇ ਬੇਟਾ ਬੱਚਾ, ਬੜੇ ਪਿਆਰ ਨਾਲ ਭਾਈ ਬਿਧੀ ਸਾਹਿਬ ਜੀ ਕਹਿਣ ਲੱਗੇ, ਹੇ ਸੁੱਤ ਤੂੰ ਇੰਜ ਕਰ ਪੁੱਤਰਾ, ਗੁਰੂ ਹਰਗੋਬਿੰਦ ਮਹਾਰਾਜ ਦੇ ਪ੍ਰਤੀ ਪਹਿਲਾਂ ਬੇਨਤੀ ਲਿਖਣੀ ਕਰ। ਪੁਰਹ ਕਾਮਨਾ ਮਮ ਹਿਤ ਲਾਏ। ਪਤਾ ਕੀ ਲਿਖੀ ਕਿ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ, ਮੇਰੀ ਕਾਮਨਾ ਹੈ, ਮੇਰੀ ਇੱਕ ਇੱਛਾ ਹੈ, ਇਹ ਬੜਾ ਵੱਡਾ ਕਾਰਜ ਮੈਂ ਆਰੰਭ ਕਰਨ ਲੱਗਾ ਹਾਂ, ਹਿੱਤ ਲਾਏ, ਪਿਆਰ ਨਾਲ ਕਰਨ ਲੱਗਾ, ਤੇ ਤੁਸੀਂ ਮੇਰੀ ਕਾਮਨਾ ਜਿਹੜੀ ਇਹ ਪੂਰੀ ਕਰ ਦੇਣੀ ਕਰੋ। ਮਾਨ ਬਚਨ ਦੋਨੋਂ ਤਹ ਬੈਠੇ। ਦੋਵੇਂ ਪਿਓ ਪੁੱਤ ਭਾਈ ਬਿਧੀ ਚੰਦ ਸਾਹਿਬ ਦਾ ਇਹ ਬਚਨ ਮੰਨ ਕੇ ਬੈਠ ਗਏ ਹਨ, ਚੌਂਕੜਾ ਮਾਰ ਕੇ। ਆਪਣਾ ਸਾਰਾ ਜਿਸ ਕਾਗਜ਼ ਤੇ ਜਾਂ ਜਿਸ ਵੀ ਪੇਪਰ ਦੇ ਉੱਤੇ ਜਾਂ ਪਹਿਲੇ ਸਮਿਆਂ ਦੇ ਅੰਦਰ ਕੱਪੜੇ ਤੇ ਵੀ ਚਿੱਤਰਕਾਰੀ ਹੁੰਦੀ ਸੀ, ਸੋ ਆਪਣਾ ਜੋ ਇਹਨਾਂ ਦੇ ਚਿੱਤਰਕਾਰੀ ਦਾ ਸਮਾਨ ਸੀ, ਕੋਈ ਬੁਰਸ਼, ਕੋਈ ਰੰਗ, ਉਹ ਸਾਰਾ ਕੁਝ ਲੈ ਕੇ ਬਹਿ ਗਏ ਹਨ। ਲਿਖਣ ਲਗੇ ਮਨ ਪ੍ਰੇਮ ਉਪਾਏ। ਮਨ ਦੇ ਵਿੱਚ ਬੜਾ ਪ੍ਰੇਮ ਧਾਰਨ ਕਰਕੇ, ਬੜਾ ਚਾਅ, ਬੜਾ ਹੁਲਾਸ, ਚਾਉ ਲੈ ਕਰਕੇ ਲਿਖਣ ਲੱਗੇ। ਨਖ ਸਿੱਖ ਲੋ ਮੂਰਤ ਗੁਰ ਹੈ ਕੀ। ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਦੀ ਨਖ ਸਿੱਖ ਲਓ, ਭਾਵ ਕਿ 9 ਤੋਂ ਲੈ ਕਰਕੇ। ਪਰ ਇਹ 9 ਦੀ ਬਾਤ ਕਿੱਥੇ ਆਰੰਭ ਹੁੰਦੀ ਹੈ? ਭਾਈ ਬਿਧੀ ਚੰਦ ਸਾਹਿਬ ਨੇ ਕਿਹਾ ਸਮੇਤ ਘੋੜੇ ਦੇ ਬਣਾਉਣਾ, ਤਾਂ ਹੁਣ ਘੋੜੇ ਦੇ ਪੈਰ ਜਿਹੜੇ ਨੇ ਉਹ ਜ਼ਮੀਨ ਤੇ ਲੱਗੇ ਨੇ, ਉੱਥੋਂ ਸ਼ੁਰੂ ਹੋਣੀ ਹੈ ਤਸਵੀਰ, ਤੇ ਗੁਰੂ ਹਰਗੋਬਿੰਦ ਮਹਾਰਾਜ ਦੀ ਕਲਗੀ ਤੱਕ ਜਾਣੀ ਹੈ। ਸੋ ਇਸ ਤਰ੍ਹਾਂ ਇਹਨਾਂ ਨੇ ਸਾਰਾ ਕੁਝ ਜਿਹੜਾ ਬੜੇ ਧਿਆਨ ਨਾਲ ਦੇਖਣਾ ਕੀਤਾ। ਸ਼ਸਤਰ ਬਸਰ ਜੁਤ ਜਥਾ ਸੁਹਾਏ। ਜਿਵੇਂ ਹੀ ਸ਼ਸਤਰਾਂ ਦੇ ਸਹਿਤ, ਵਸਤਰਾਂ ਦੇ ਸਹਿਤ ਗੁਰੂ ਹਰਗੋਬਿੰਦ ਮਹਾਰਾਜ ਜੀ ਘੋੜੇ ਦੇ ਉੱਤੇ ਜਿਵੇਂ ਸ਼ੋਭਦੇ ਪਏ ਹਨ। ਸ੍ਰੀ ਸਤਿਗੁਰ ਅਖੀਰ ਗਏ ਬਨ। ਇਹਨਾਂ ਨੇ ਬੜੇ ਧਿਆਨ ਨਾਲ ਇੱਕ ਵਾਰ ਗੁਰੂ ਹਰਗੋਬਿੰਦ ਮਹਾਰਾਜ ਦੇ ਦੀਦਾਰ ਕੀਤੇ। ਜਿਹੜਾ ਚਿੱਤਰਕਾਰ ਹੁੰਦਾ ਹੈ ਨਾ, ਉਹਦੀ ਇੰਜ ਕਹਿ ਲਓ ਵੀ ਯਾਦ ਸ਼ਕਤੀ ਇੰਨੀ ਜ਼ਿਆਦਾ ਸਟਰੋਂਗ, ਤਾਕਤਵਰ ਹੁੰਦੀ ਹੈ, ਉਹਨੇ ਕੋਈ ਦ੍ਰਿਸ਼ ਵੀ ਉਲੀਕਣਾ ਹੋਵੇ ਨਾ, ਉਹ ਇੱਕ ਵਾਰ ਕਿਸੇ ਦ੍ਰਿਸ਼ ਨੂੰ ਦੇਖ ਲਵੇ, ਉਹ ਘਰੇ ਜਾ ਕੇ ਫਿਰ ਉਹਨੂੰ ਕਲਪਨਾ ਕਰਦਾ, ਉਹਨੂੰ ਆਪਣੇ ਜ਼ਿਹਨ 'ਚ ਲਿਆਉਂਦਾ ਹੈ ਤੇ ਉਹਨੂੰ ਬਣਾ ਦਿੰਦਾ ਹੈ। ਚਿੱਤਰਕਾਰ ਕੋਲ ਇਹ ਕੁਦਰਤ ਨੇ ਬੜੀ ਵੱਡੀ ਇੱਕ ਦਾਤ ਬਖਸ਼ੀ ਹੁੰਦੀ ਹੈ। ਗੁਰੂ ਹਰਗੋਬਿੰਦ ਮਹਾਰਾਜ ਇਹਨਾਂ ਨਾਲ 1-2 ਬਚਨ ਕਰਕੇ ਹਜੂਰ ਪਾਤਸ਼ਾਹ ਫਿਰ ਸ਼ਿਕਾਰ ਖੇਡਣ ਅੱਗੇ ਤੁਰ ਗਏ ਹਨ। ਪਰ ਇਹਨਾਂ ਨੇ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੂੰ ਦੇਖਿਆ, ਜਿਵੇਂ ਦਰਸ਼ਨ ਦੀਦਾਰ ਕੀਤੇ ਕਿ ਘੋੜੇ ਤੇ ਸੁਭਾਇਮਾਨ ਨੇ, ਇੰਜ ਸਤਿਗੁਰੂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ ਨੇ, ਇੰਜ ਹਜੂਰ ਪਾਤਸ਼ਾਹ ਜੀ ਦੇ ਸੋਹਣੀ ਕਲਗੀ ਸ਼ੋਭਦੀ ਪਈ ਹੈ, ਇੰਜ ਦਾਤਾ ਜੀ ਦੇ ਉੱਤੇ ਚੌਰ ਸਾਹਿਬ ਹੋ ਰਿਹਾ ਹੈ। ਸੋ ਇਹ ਸਾਰਾ ਕੁਝ ਇਹਨਾਂ ਨੇ ਆਪਣੇ ਜ਼ਿਹਨ ਵਿੱਚ ਉਤਾਰ ਲਿਆ। ਸੰਗ ਬਾਹਨੀ ਸਗਰੀ ਲੀਨ। ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਆਪਣੀ ਸਾਰੀ ਸੈਨਾ, ਜਿੰਨੇ ਵੀ ਸੂਰਮੇ ਇਹ ਸ਼ਿਕਾਰ ਖੇਡਣ ਲਿਜਾਂਦੇ ਸੀ ਸਾਹਿਬ ਜੀ, ਉਹਨਾਂ ਸਾਰੀ ਸੈਨਾ ਨੂੰ ਨਾਲ ਲੈ ਲਿਆ। ਜੀਵ ਅਨਕ ਕੋ ਮੁਕਤੀ ਦੀਨ। ਤੇ ਇਹ ਸ਼ਿਕਾਰ ਨਹੀਂ ਸੀ, ਅਸਲ ਵਿੱਚ ਅਨੇਕਾਂ ਜੀਵਾਂ ਨੂੰ ਹਜੂਰ ਪਾਤਸ਼ਾਹ ਜੀ ਮੁਕਤੀਆਂ ਦੇ ਰਹੇ ਨੇ, ਕਿਉਂਕਿ ਜਿਸ ਦਾ ਵੀ ਸ਼ਿਕਾਰ ਕਰਦੇ ਨੇ ਉਹਨੂੰ ਮੁਕਤ ਕਰਦੇ ਨੇ, ਤਾਂ ਅਨੇਕਾਂ ਜੀਵਾਂ ਨੂੰ ਮੁਕਤੀ ਬਖਸ਼ ਰਹੇ ਹਨ। ਤਰੰਗ ਪਲਾਏ ਫੰਦਾਏ ਚਲਾਏ। ਸੋ ਇਸ ਤਰ੍ਹਾਂ ਹਜੂਰ ਪਾਤਸ਼ਾਹ ਜੀ ਨੇ ਆਪਣਾ ਘੋੜਾ ਜਿਹੜਾ ਹੈ ਉਹਨੂੰ ਦੜਾਇਆ ਹੈ। ਦੜਾਉਂਦੇ ਨੇ ਸ਼ਿਕਾਰ ਦੇ ਮਗਰ ਤੇ ਸ਼ਿਕਾਰ ਫੜ ਲੈਂਦੇ, ਮਾਰ ਲੈਂਦੇ ਨੇ। ਹਿਰਦੈ ਆਨੰਦਤ ਅਦਿਕ ਪ੍ਰਵੀਨ। ਤੇ ਹਜੂਰ ਪਾਤਸ਼ਾਹ ਹਿਰਦੇ ਵਿੱਚ ਬਹੁਤ ਆਨੰਦਿਤ ਹਨ। ਗੁਰੂ ਤੇ ਸਦਾ ਹੀ ਆਨੰਦ ਹੈ, ਸਦਾ ਹੀ ਖੁਸ਼ੀ ਦੇ ਵਿੱਚ ਹੈ, ਸਦਾ ਹੀ ਖੇੜੇ ਦੇ ਵਿੱਚ ਹੈ। ਪਰ ਕੱਲ ਵੀ ਜਿਵੇਂ ਜ਼ਿਕਰ ਆਇਆ ਸੀ, ਭਾਈ ਬਿਧੀ ਚੰਦ ਸਾਹਿਬ ਜੀ ਨੇ ਜਦੋਂ ਦੇਖਿਆ ਕਿ ਗੁਰੂ ਪਾਤਸ਼ਾਹ ਜੀ ਇਸ ਵੇਲੇ ਬੜੀ ਪ੍ਰਸੰਨਤਾ ਦੇ ਵਿੱਚ ਹਨ, ਤਾਂ ਇਸ ਤਰ੍ਹਾਂ ਹਜੂਰ ਪਾਤਸ਼ਾਹ ਬੜੇ ਆਨੰਦ ਵਿੱਚ ਅੱਜ ਸ਼ਿਕਾਰ ਖੇਡ ਰਹੇ ਹਨ। ਦਿਨ ਲਘੂ ਰਹਿਓ ਜਾਨ ਹਟ ਆਏ। ਜਦੋਂ ਦੇਖਿਆ ਕਿ ਹੁਣ ਦਿਨ ਜਿਹੜਾ ਲਘੂ ਰਹਿਓ, ਥੋੜਾ ਰਹਿ ਗਿਆ, ਸ਼ਾਮ ਹੁੰਦੀ ਪਈ ਹੈ, ਹਜੂਰ ਪਾਤਸ਼ਾਹ ਵਾਪਿਸ ਹਟ ਆਏ ਹਨ। ਸੰਗ ਬਾਹਨੀ ਸਗਰੀ ਲੀਨ। ਤੇ ਸਾਰੀ ਸੈਨਾ ਜਿਹੜੀ ਹੈ ਉਹ ਸਾਰੀ ਆਪਣੇ ਨਾਲ ਲੈ ਲਈ ਹੈ ਕਿ ਚਲੋ ਭਾਈ ਦਿਨ ਢਲਦਾ ਪਿਆ, ਹੁਣ ਆਪਾਂ ਵਾਪਿਸ ਚੱਲਦੇ ਹਾਂ। ਸਿੱਖ ਜਲੰਧਰ ਤੇ ਇੱਕ ਆਇਓ। ਇੰਨੀ ਦੇਰ ਨੂੰ ਜਲੰਧਰ ਸ਼ਹਿਰ ਜਿਹੜਾ ਹੈ ਅੱਜ ਵੀ ਬੜਾ ਭਾਰੀ ਸ਼ਹਿਰ ਹੈ, ਉਦੋਂ ਵੀ ਉਹ ਬੜਾ ਵੱਡਾ ਵਸਦਾ ਸ਼ਹਿਰ ਸੀਗਾ। ਉੱਥੋਂ ਇੱਕ ਸਿੱਖ ਚੱਲ ਕੇ ਆਇਆ ਹੈ। ਹੱਥ ਜੋੜ ਤਿਨ ਬੇਨਤੀ ਕੀਨ। ਉਹਨੇ ਪਹਿਲਾਂ ਖਬਰ ਪਤਾ ਕੀਤੀ ਕਿ ਹਜੂਰ ਪਾਤਸ਼ਾਹ ਕਿੱਥੇ ਨੇ, ਆਪਣੇ ਅਸਥਾਨ ਤੇ ਹਨ ਜਾਂ ਸ਼ਿਕਾਰ ਖੇਡਣ ਗਏ। ਪਤਾ ਲੱਗਾ ਪਾਤਸ਼ਾਹ ਜੀ ਸ਼ਿਕਾਰ ਖੇਡਣ ਗਏ ਨੇ। ਉਹ ਦਵਾ ਦਵ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਸਿੱਧਾ ਪਹੁੰਚਦਾ ਹੈ, ਨਮਸਕਾਰ ਕਰਦਾ ਹੈ, ਹੱਥ ਜੋੜ ਕਰਕੇ ਬੇਨਤੀ ਕਰਨ ਲੱਗਾ। ਸ੍ਰੀ ਪ੍ਰਭ ਮਹਾਰਾਜ ਗੁਰ ਸੁਣੀਐ। ਕਿ ਹੇ ਸ਼੍ਰੀ ਪ੍ਰਭੂ ਜੀ, ਹੇ ਮਹਾਰਾਜ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ, ਸਿੱਖ ਦੇ ਹੱਥ ਜੁੜੇ ਨੇ,
ਥੋੜੇ ਜਿਹੇ ਸ਼ਬਦ ਜਿਹੜੇ ਨੇ ਉਹ ਕੰਬਦੇ, ਥੋੜੀ ਜੀ ਚਿੰਤਾ ਦੇ ਵਿੱਚ ਹੈ। ਮਹਾਰਾਜ ਧਿਆਨ ਦੇ ਕਰਕੇ ਸੁਣਨਾ ਕਰੋ। ਸੈਨਾ ਆਨ ਪਰੀ ਸਮੁਦਾਏ। ਮਹਾਰਾਜ ਜੀ ਬੜੀ ਵੱਡੀ ਸੈਨਾ, ਬੜੇ ਵੱਡੇ ਸਮੂਹ ਰੂਪ ਦੇ ਵਿੱਚ ਆ ਪਈ ਹੈ, ਭਾਵ ਚੜ੍ਹਾਈ ਕਰਕੇ ਆ ਗਈ ਹੈ। ਨਗਰ ਜਲੰਧਰ ਕੇ ਚੋਹ ਗਿਰਦੇ। ਤੇ ਉਹ ਸੈਨਾ ਜਿਹੜੀ ਹਾਲੇ ਕਰਤਾਰਪੁਰ ਸਾਹਿਬ ਤੇ ਨਹੀਂ ਪਹੁੰਚੀ, ਪਰ ਮਹਾਰਾਜ ਜਿਹੜੀ ਜਲਦੀ ਪਹੁੰਚਣ ਵਾਲੀ ਹੈ, ਉਹ ਇਸ ਵਕਤ ਜਲੰਧਰ ਸ਼ਹਿਰ ਜਿਹੜਾ ਨਗਰ ਜਿਹੜਾ ਉਹਦੇ ਚੌਂ ਗਿਰਦੇ, ਚਾਰੇ ਪਾਸੇ ਘੇਰਾ ਘੱਤ ਕੇ ਬੜੀ ਵੱਡੀ ਗਿਣਤੀ ਵਿੱਚ ਆ ਬੈਠੀ ਹੈ। ਡਿਡ ਸਮਾਜ ਹਿਤ ਜੰਗ ਬਣਾਏ। ਤੇ ਉਹ ਜੰਗ ਦੇ ਵਾਸਤੇ ਹੋਰ ਸਮਾਨ ਕੁਛ ਤੇ ਉਹ ਲਾਹੌਰ ਤੋਂ ਲੈ ਕੇ ਆਏ ਨੇ, ਕੁਛ ਜਲੰਧਰ ਤੋਂ ਇਕੱਠਾ ਕਰ ਰਹੇ ਨੇ ਆਪਣਾ ਜੰਗੀ ਸਮਾਨ, ਬੜਾ ਭਾਰੀ ਸਮਾਨ ਉਹ ਇਕੱਠਾ ਕਰ ਰਹੇ, ਜੋੜ ਰਹੇ ਹਨ। ਪੈਂਦੇ ਖਾਨ ਪੀ ਇਹ ਇਨਹੂ ਸੰਗ। ਤੇ ਫਿਰ ਸਿੱਖ ਦੱਸਦਾ, ਕਹਿੰਦਾ ਮਹਾਰਾਜ ਹੋਰ ਤੁਹਾਨੂੰ ਨਵੀਂ ਖਬਰ ਦੱਸਾਂ, ਪੈਂਦੇ ਖਾਵੀ ਇਹਨਾਂ ਦੇ ਨਾਲ ਹੀ ਆ ਰਿਹਾ ਹੈ। ਕੋ ਕਹਿ ਇਹੀ ਦਿਲ ਦਲ ਲਿਆਏ। ਤੇ ਮਹਾਰਾਜ ਕੋ ਕਹਿ, ਕਈ ਲੋਕ ਤਾਂ ਇੱਥੋਂ ਤੱਕ ਮੈਂ ਕਹਿੰਦੇ ਸੁਣ ਕੇ ਆਇਆ, ਮੈਂ ਜਿਹੜੀ ਖਬਰ ਕੱਢੀ ਇਹੀ ਦਲ ਲਿਆਏ। ਮਹਾਰਾਜ ਦਲ ਕੋਈ ਆਪੇ ਨਹੀਂ ਚੜ ਕੇ ਆ ਗਿਆ, ਬਾਦਸ਼ਾਹ ਨੇ ਨਹੀਂ ਫੌਜ ਭੇਜੀ, ਇਹ ਪੈਂਦੇ ਖਾਂ ਨਮਕ ਹਰਾਮੀ ਹੋਇਆ। ਤੇ ਜੋ ਖਬਰ ਲੋਕਾਂ ਤੋਂ ਮੈਂ ਕੰਨੀ ਸੁਣ ਕੇ ਆਇਆ, ਕੋ ਕਹਿ ਇਹੀ ਦਲ ਲਿਆਏ। ਲੋਕੀ ਕਹਿ ਰਹੇ ਨੇ ਕਿ ਪੈਂਦੇ ਖਾਂ ਹੀ ਫੌਜ ਲਿਆਇਆ ਹੈ। ਭੇਤ ਨਾ ਦੇਤ ਕਪਟ ਕੀਏ ਚਾਹਤ। ਤੇ ਮਹਾਰਾਜ ਇਹ ਕਿਸੇ ਨੂੰ ਕੋਈ ਭੇਤ ਨਹੀਂ ਦੇ ਰਿਹਾ, ਤੇ ਨਾ ਹੀ ਇਹਨੇ ਪਹਿਲਾਂ ਕੋਈ ਭੇਤ ਦਿੱਤਾ। ਇਹ ਬੜਾ ਵੱਡਾ ਕਪਟ ਕਰਨਾ ਚਾਹੁੰਦਾ ਹੈ, ਇਹ ਛਲ ਕਰਨਾ ਚਾਹੁੰਦਾ ਹੈ ਆਪ ਜੀ ਦੇ ਨਾਲ। ਸੁਣ ਮੈਂ ਸੁਧ ਹਿਤ ਪਹੁੰਚਿਓ ਧਾਏ। ਮਹਾਰਾਜ ਮੈਨੂੰ ਤਾਂ ਇਹ ਖਬਰ ਜਿਵੇਂ ਹੀ ਮੇਰੇ ਕੰਨੀ ਪਈ ਧਾਏ, ਮੈਂ ਤਾਂ ਦੌੜ ਕੇ ਜਿੰਨਾ ਮੇਰੇ ਤੋਂ ਛੇਤੀ ਹੋ ਸਕਿਆ ਘੋੜਾ ਦੌੜਾ ਆਪ ਜੀ ਕੋਲ ਪਹੁੰਚਿਆ ਹਾਂ। ਸੁਣ ਕਰ ਸਤਿਗੁਰ ਕਹਿਓ ਧੀਰ ਧਰ। ਬੜੀ ਧੀਰਜਤਾ ਦੇ ਮਾਲਕ ਸਤਿਗੁਰੂ, ਕੋਈ ਡਰ ਨਹੀਂ, ਕੋਈ ਭੈ ਨਹੀਂ ਕਿ ਫੌਜ ਚੜ ਕੇ ਆ ਗਈ। ਆਮ ਬੰਦਾ ਵੈਸੇ ਹੀ ਘਬਰ ਜਾਂਦਾ ਖਬਰ ਸੁਣ ਕੇ। ਹਜੂਰ ਬੜੇ ਧੀਰਜ ਨਾਲ ਉਹਨੂੰ ਕਹਿੰਦੇ, ਤੂੰ ਧੀਰਜ ਧਾਰਨ ਕਰ, ਤੂੰ ਹੌਸਲਾ ਰੱਖਣਾ ਕਰ। ਚਿੰਤਾ ਕਰੋ ਨਹੀਂ ਚਿਤ ਕੋਏ। ਸਿਖਾ ਚਿੱਤ ਦੇ ਵਿੱਚ ਕੋਈ ਚਿੰਤਾ ਨਾ ਕਰ। ਐਵੇਂ ਕਾਹਨੂੰ ਫਿਕਰਮੰਦ ਹੋਇਆ, ਕਿਉਂ ਤੇਰੇ ਬੁੱਲ ਕੰਬਦੇ ਪਏ ਨੇ, ਕਿਉਂ ਤੂੰ ਇੰਨਾ ਜ਼ਿਆਦਾ ਆਪਣੇ ਆਪ ਵਿੱਚ ਫਿਕਰਮੰਦ ਹੋ ਗਿਆ ਹੈ। ਚੜ ਆਵਹਿ ਜਮ ਸਦਨ ਸਿਧਾਵਹਿ। ਅਸੀਂ ਬੈਠੇ ਆ ਨਾ, ਤੂੰ ਚਿੰਤਾ ਨਾ ਕਰ। ਅਸੀਂ ਇਹ ਵੀ ਤੈਨੂੰ ਕਹਿੰਦੇ ਆ, ਜਿਹੜਾ ਚੜ ਆਏਗਾ ਨਾ, ਜਿਹੜਾ ਚੜ੍ਹਾਈ ਕਰਕੇ ਆਏਗਾ, ਜਮ ਸਦਨ ਸਿਧਾਵੈ, ਉਹ ਜਮਪੁਰੀ ਜਾਏਗਾ, ਉਹ ਵਾਪਿਸ ਨਹੀਂ ਬਚ ਕੇ ਜਾਵੇਗਾ। ਨਹਿ ਥਿਰਤਾ ਪਾਵਹਿ ਜਗ ਸੋਏ। ਉਹ ਇਸ ਧਰਤੀ ਦੇ ਉੱਤੇ, ਇਸ ਜਗਤ ਦੇ ਵਿੱਚ, ਇਸ ਦੁਨੀਆ ਵਿੱਚ ਫਿਰ ਥਿਰਤਾ ਨਹੀਂ ਪਾਏਗਾ, ਉਹ ਟਿਕੇਗਾ ਨਹੀਂ। ਅਸੀਂ ਉਹਨੂੰ ਜਮਾਂ ਦੀ ਪੁਰੀ ਭੇਜਾਂਗੇ। ਸ੍ਰੀ ਗੁਰੂ ਨਾਨਕ ਭਲੀ ਕਰੈ ਸਭ। ਗੁਰੂ ਨਾਨਕ ਅਕਾਲ ਪੁਰਖ ਸਰੂਪ ਪਾਤਸ਼ਾਹ ਜੀ ਸਾਰਾ ਕੁਝ ਭਲੀ ਕਰਨਗੇ। ਜਿਵੇਂ ਆਪਾਂ ਕਹਿੰਦੇ ਨਾ ਸਭ ਚੰਗਾ ਹੋਏਗਾ, ਸਹਿਬ ਸਿੱਖ ਨੂੰ ਕਹਿੰਦੇ ਗੁਰੂ ਨਾਨਕ ਭਲੀ ਕਰੇਗਾ, ਤੂੰ ਚਿੰਤਾ ਨਾ ਕਰਨੀ ਕਰ। ਵਿਗਨ ਅਨੇਕਨ ਤਤ ਛਿਨ ਖੋਏ। ਜਦੋਂ ਗੁਰੂ ਨਾਨਕ ਭਲੀ ਕਰਦਾ ਨਾ ਸਿੱਖਾ, ਅਨੇਕਾਂ ਵਿਗਨ ਜਿਹੜੇ ਨੇ ਉਹ ਤਤਕਾਲ ਨਾਸ਼ ਹੋ ਜਾਂਦੇ ਹਨ। ਹਿਮ ਬੋਲਤ ਚਲ ਉਤਰੇ ਆਏ। ਇਸ ਤਰ੍ਹਾਂ ਬਚਨ ਵਿਲਾਸ ਕਰਦਿਆਂ ਕਰਦਿਆਂ ਹਜੂਰ ਪਾਤਸ਼ਾਹ ਜੀ ਅਗਾਂਹ ਆ ਜਾਂਦੇ ਹਨ। ਸੁਭਾਗ ਵਿਖੈ ਤਰਵਰ ਬਹੁ ਜੋਏ। ਇਸ ਥਾਂ ਦੇ ਉੱਤੇ ਬਹੁਤ ਸੋਹਣੇ ਰੁੱਖ ਜਿਹੜੇ ਨੇ, ਕਾਫੀ ਸੰਘਣੀ ਜਿਨ੍ਹਾਂ ਦੀ ਛਾਂ ਹੈ, ਉਹ ਸੋਹਣੇ ਵੱਡੇ ਰੁੱਖ ਖੜੇ ਹੋਏ ਹਨ। ਭਇਓ ਫਰਸ ਬੈਠੇ ਗੁਰ ਤੇ ਛਿਨ। ਜਦੋਂ ਪਾਤਸ਼ਾਹ ਜੀ ਘੋੜੇ ਤੋਂ ਉਤਰਨ ਲੱਗੇ ਨੇ ਤਾਂ ਉਸੇ ਵੇਲੇ ਸਿੱਖਾਂ ਨੇ ਵਿਛਾਈ ਕਰ ਦਿੱਤੀ, ਫਰਸ਼ ਭਾਵ ਸੋਹਣੀ ਵਿਛਾਈ ਹੋ ਗਈ। ਹਜੂਰ ਪਾਤਸ਼ਾਹ ਆ ਕਰਕੇ ਸਜ ਗਏ ਹਨ। ਸੋਨ ਕਾ ਸਮੂਰਤ ਲਿਖ ਲਿਆਏ। ਇਧਰ ਉਹ ਜਿਹੜੇ ਨਕਾਸ਼ ਸੀਗੇ, ਜਿਹੜੇ ਚਿੱਤਰਕਾਰ ਸੀ, ਜਿਨ੍ਹਾਂ ਨੇ ਤਸਵੀਰ ਮੂਰਤ ਬਣਾਉਣੀ ਸ਼ੁਰੂ ਕੀਤੀ ਸੀ, ਹਜੂਰ ਅੱਗੇ ਸ਼ਿਕਾਰ ਖੇਡਣ ਚਲੇ ਗਏ ਸਨ, ਇਹ ਆਪਣੇ ਕਾਰਜ ਵਿੱਚ ਜੁਟੇ ਸਨ। ਇੰਨੀ ਦੇਰ ਨੂੰ ਇਹਨਾਂ ਵੀ ਕਾਰਜ ਮੁਕੰਮਲ ਕਰ ਲਿਆ, ਇਹ ਲੈ ਆਏ ਹਨ। ਬਿਧੀ ਚਾਂਦ ਕੋ ਕੀਰਨ ਦਿਖਾਵਨ। ਇਹਨਾਂ ਨੇ ਸਾਰਿਆਂ ਤੋਂ ਪਹਿਲਾਂ ਭਾਈ ਬਿਧੀ ਚੰਦ ਸਾਹਿਬ ਜੀ ਨੂੰ ਦਿਖਾਈ ਹੈ ਕਿ ਦੇਖੋ ਠੀਕ ਬਣ ਗਈ, ਕਿਉਂਕਿ ਅਸੀਂ ਅਲਪੱਗ ਜੀਵ ਹਾਂ, ਸਾਨੂੰ ਬਹੁਤੀ ਸਮਝ ਨਹੀਂ ਹੈ। ਦੇਖਤ ਰਹੇ ਹਿਰਦੈ ਹਰ ਖਾਏ। ਤੇ ਭਾਈ ਬਿਧੀ ਚੰਦ ਸਾਹਿਬ ਜੀ ਨੇ ਜਦੋਂ ਗੁਰੂ ਕਾ ਇਹ ਪਾਵਨ ਚਿੱਤਰ ਸਰੂਪ ਦੇਖਿਆ ਹੈ, ਹਿਰਦਾ ਜਿਹੜਾ ਉਹ ਹਰਕਸ਼ਿਤ ਹੋਇਆ, ਗਦਗਦ ਹੋ ਗਿਆ, ਖੁਸ਼ੀ ਨਾਲ ਭਰ ਗਏ ਹਨ। ਤਿਨ ਤੇਰੇ ਗੁਰ ਅਗਰ ਤਰੀ ਜਬ। ਤੇ ਫਿਰ ਭਾਈ ਬਿਧੀ ਚੰਦ ਸਾਹਿਬ ਨੇ ਇਹਨਾਂ ਤੋਂ ਲੈ ਕੇ ਆਪਣੇ ਮੁਬਾਰਕ ਹਸਤ ਕਮਲ ਵਿੱਚ ਲੈ ਕਰਕੇ ਬੜੇ ਅਦਬ ਦੇ ਨਾਲ ਧੰਨ ਗੁਰੂ ਹਰਗੋਬਿੰਦ ਮਹਾਰਾਜ ਦੇ ਕੋਲ ਜਾ ਕੇ ਰੱਖ ਦਿੱਤਾ ਉਹ ਸਰੂਪ। ਅਵਲੋਕਤ ਸ੍ਰੀ ਮੁਖ ਮੁਸਕਾਏ। ਤੇ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਨਾ ਇਸ ਸਰੂਪ ਨੂੰ, ਇਸ ਤਸਵੀਰ ਨੂੰ, ਹਜੂਰ ਪਾਤਸ਼ਾਹ ਦੇਖਦੇ ਸਾਰ ਮੁਸਕਾਏ, ਮੁਸਕਰਾ ਪਏ ਹਨ। ਲਿਖਿਓ ਤੁਰੰਗ
ਰੰਗ ਨਖ ਸਿਲ ਲੋ ਸੁੰਦਰ। ਤੇ ਸਾਹਿਬ ਕਹਿੰਦੇ ਵਾਹ ਚਿੱਤਰਕਾਰੋ, ਲਿਖਿਓ ਦਾ ਮਤਲਬ ਬਣਾਇਆ ਹੈ। ਤੁਸੀਂ ਬਹੁਤ ਸੋਹਣਾ ਚਿੱਤਰ ਬਣਾਇਆ। ਨਖ ਸਿੱਖ ਲਓ ਭਾਵ ਪੈਰ ਦੇ ਨਹੁੰ ਤੋਂ ਲੈ ਕਰਕੇ ਚੋਟੀ ਤੱਕ। ਪਾਤਸ਼ਾਹ ਆਪਣੀ ਗੱਲ ਨਹੀਂ ਕਰਦੇ ਜ਼ਿਆਦਾ, ਕਹਿਣ ਦਾ ਭਾਵ ਇੱਕ ਅਰਥ ਦੇ ਵਿੱਚ ਸਾਹਿਬ ਜੀ ਨੇ ਸਾਰੀ ਗੱਲ ਮੁਕੰਮਲ ਕਰਤੀ ਕਿ ਤੁਸੀਂ ਸ਼ੁਰੂ ਤੋਂ ਅਖੀਰ ਤੱਕ ਸਾਰਾ ਸੋਹਣਾ ਬਣਾਇਆ। ਭਏ ਪ੍ਰਸੰਨ ਸੋ ਬਚਨ ਅਲਾਏ। ਤੇ ਸਾਹਿਬ ਇੰਨੇ ਕੁ ਪ੍ਰਸੰਨ ਹੋਏ ਇਹਨਾਂ ਚਿੱਤਰਕਾਰਾਂ ਦੇ ਉੱਤੇ ਕਿ ਅਸੀਸ ਵਰ ਦਿੰਦਿਆਂ ਬਚਨ ਦੇਣ ਲੱਗੇ। ਆਛੀ ਕਰੀ ਹਰੀ ਭਵ ਪੀਰਾ। ਸਾਹਿਬ ਕਹਿੰਦੇ ਬਹੁਤ ਆਛੀ ਕਰੀ, ਬਹੁਤ ਸੋਹਣੀ ਤਸਵੀਰ ਬਣਾਈ ਹੈ, ਸੋਹਣਾ ਚਿੱਤਰ ਬਣਾਇਆ। ਭਵ ਪੀਰਾ, ਤੁਹਾਡੀ ਇਹ ਸੰਸਾਰ ਸਮੁੰਦਰ ਦੀ ਪੀੜ, ਤੁਹਾਡੀ ਜਮ ਲੋਕ ਦੀ ਪੀੜ, ਤੁਹਾਡੇ ਅਗਲੇ ਜਹਾਨ ਦੀ ਪੀੜ, ਦੁੱਖ ਜਿਹੜਾ ਉਹ ਨਾਸ਼ ਹੋ ਗਿਆ ਹੈ। ਕਿਉਂ ਨਾ ਲਿਖੋ ਫਿਕਹੁ ਬੁੱਧਵਾਨ। ਤੇ ਫਿਰ ਸਾਹਿਬ ਕਹਿੰਦੇ ਭਲਾ ਇੰਨੀ ਸੋਹਣੀ ਤਸਵੀਰ ਬਣਾਓਗੇ ਵੀ ਕਿਉਂ ਨਾ, ਕਿਉਂਕਿ ਪਿਖ ਹਉ ਬੁੱਧੀਵਾਨ, ਤੁਸੀਂ ਬਹੁਤ ਜ਼ਿਆਦਾ ਸਿਆਣੇ, ਦਾਨਸ਼ਮੰਦ, ਅਕਲਮੰਦ ਦਿਸਦੇ ਹੋ। ਕੋਈ ਆਮ ਚਿੱਤਰਕਾਰ ਤੇ ਤੁਸੀਂ ਲੱਗਦੇ ਨਹੀਂ, ਬੜੇ ਸਿਆਣੇ ਹੋ। ਇਸ ਕਰਕੇ ਤਾਂ ਹੀ ਤੇ ਇੰਨਾ ਸੋਹਣਾ ਚਿੱਤਰ ਤੁਸੀਂ ਬਣਾ ਦਿੱਤਾ। ਇਹ ਸੇਵਾ ਤੁਹਾਡੀ ਥਾਂ ਪਈ, ਤੁਹਾਡਾ ਲੋਕ ਤੇ ਪਰਲੋਕ ਸਹੇਲਾ ਹੋ ਗਿਆ। ਪਿਤਾ ਪੁੱਤਰ ਸੁਨ ਮੋਦ ਉਪੰਨਾ। ਜਦੋਂ ਸਾਹਿਬ ਨੇ ਇਹ ਅਸੀਸ ਬਖਸ਼ੀ ਤਾਂ ਪਿਤਾ ਤੇ ਪੁੱਤਰ ਨੇ ਸੁਣ ਕਰਕੇ ਬੜੀ ਅੰਦਰ ਖੁਸ਼ੀ ਹੋਈ, ਬੜਾ ਚਾਅ ਹੋਇਆ ਕਿ ਗੁਰੂ ਨੇ ਸਾਡਾ ਲੋਕ ਪਰਲੋਕ ਸਵਾਰ ਦਿੱਤਾ। ਜਨਮ ਮਰਨ ਕੇ ਦੁੱਖ ਪਾਹਨ। ਕਿ ਗੁਰੂ ਨੇ ਸਾਡੇ ਜਨਮ ਤੇ ਮਰਨ ਦੇ ਦੁੱਖ ਜਿਹੜੇ ਨੇ ਉਹ ਹਾਨ, ਉਹ ਨਾਸ਼ ਕਰ ਦਿੱਤੇ ਹਨ। ਬਾਰ ਬਾਰ ਬੰਦਤ ਪਗ ਪੰਕਜ। ਹੁਣ ਜਿਸ ਸਿੱਖ ਨੂੰ ਇੰਨੀ ਵੱਡੀ ਦਾਤ ਮਿਲ ਗਈ ਹੋਵੇ ਤੇ ਉਹ ਕਿਉਂ ਨਹੀਂ ਗੁਰੂ ਦੇ ਚਰਨਾਂ ਤੇ ਵਾਰ-ਵਾਰ ਨਮਸਕਾਰ ਕਰੇਗਾ। ਪਰ ਅੱਜ ਸਾਡਾ ਕਿਤੇ ਨਾ ਕਿਤੇ ਸੁਭਾਅ ਬਣ ਗਿਆ ਹੈ, ਜੇ ਇੱਕ ਵਾਰ ਨਮਸਕਾਰ ਕਰਕੇ ਗੁਰੂ ਸਾਹਿਬ ਨੂੰ ਕੋਈ ਪਰਿਕਰਮਾ ਕਰਦਾ ਹੋਵੇ ਤੇ ਉਹਦਾ ਸੁਭਾਅ ਹੁੰਦਾ ਹੈ ਕਿ ਉਹ ਜਦੋਂ ਪਰਿਕਰਮਾ ਕਰਦਾ ਹੈ ਆਪਣੇ ਆਮ ਗੁਰੂ ਘਰਾਂ, ਪਿੰਡਾਂ, ਸ਼ਹਿਰਾਂ ਦੇ ਵਿੱਚ ਉਹ ਪਿਛਲੇ ਪਾਸੇ ਜਾ ਕੇ ਗੁਰੂ ਸਾਹਿਬ ਦੀ ਤਾਬਿਆ ਨਮਸਕਾਰ ਕਰਦਾ ਹੈ। ਤੇ ਮੈਂ ਕਈ ਦਫਾ ਬੇਨਤੀ ਕਰਦਾ, ਕਈ ਸਿਰ ਫਿਰੇ ਇੰਜ ਵੀ ਕਹਿੰਦੇ ਨੇ, ਲਓ ਜੀ ਇਹ ਕਾਹਦੀ ਮਰਿਆਦਾ ਹੋਈ, ਜੇ ਆਪਾਂ ਕਿਸੇ ਬੰਦੇ ਨੂੰ ਮਿਲਦੇ ਹਾਂ ਤੇ ਆਪਾਂ ਇੱਕ ਵਾਰ ਉਹਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ, ਵਾਰ-ਵਾਰ ਥੋੜ੍ਹੀ ਆਪਾਂ ਉਹਨੂੰ ਮਿੰਟ ਬਾਅਦ ਫਿਰ ਕਵਾਂਗੇ ਜੀ ਸਤਿ ਸ਼੍ਰੀ ਅਕਾਲ, 10 ਸੈਕਿੰਡ ਬਾਅਦ ਫਿਰ ਕਵਾਂਗੇ, ਉਹਨੇ ਅੱਗੋਂ ਕਹਿਣਾ ਤੇਰਾ ਦਿਮਾਗ ਟਿਕਾਣੇ ਤੇ ਹੈ। ਲੋਕੀ ਇਸ ਤਰ੍ਹਾਂ ਦੀ ਉਦਾਹਰਨਾਂ ਦਿੰਦੇ ਨੇ ਕਿ ਨਹੀਂ, ਗੁਰੂ ਨੂੰ ਸਿਰਫ ਇੱਕ ਵਾਰ ਨਮਸਕਾਰ ਕਰੋ। ਪਰ ਬਾਣੀ ਕਹਿੰਦੀ ਹੈ ਨਮਸਕਾਰ ਤਾਂ ਕੋ ਲੱਖ ਵਾਰ। ਮੈਂ ਲੱਖਾਂ ਵਾਰ ਉਹਨੂੰ ਨਮਸਕਾਰ ਕਰਾਂ ਤਾਂ ਵੀ ਥੋੜ੍ਹੀਆਂ ਨੇ। ਡੰਡੌਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰੱਥ, ਅਨੇਕਾਂ ਵਾਰ ਉਹਨੂੰ ਨਮਸਕਾਰ ਕਰ ਤਾਂ ਵੀ ਥੋੜ੍ਹੀਆਂ ਨੇ। ਤਾਂ ਇਹ ਸਿੱਖਾਂ ਨੇ ਜਦੋਂ ਇੰਨੀ ਵੱਡੀ ਦਾਤ ਪ੍ਰਾਪਤ ਕੀਤੀ, ਇਹ ਵਾਰ-ਵਾਰ ਹਜ਼ੂਰ ਦੇ ਚਰਨਾਂ ਤੇ ਨਮਸਕਾਰ ਹੀ ਕਰੀ ਜਾ ਰਹੇ ਹਨ। ਭਏ ਨਿਹਾਲ ਪ੍ਰੇਮ ਕੋ ਠਾਨ। ਬਹੁਤ ਨਿਹਾਲ ਹੋ ਗਏ ਨੇ, ਨਿਹਾਲ ਹੋ ਗਏ ਨੇ ਇਹਨਾਂ ਦੇ ਪ੍ਰੇਮ ਨੂੰ ਜਦੋਂ ਹਜ਼ੂਰ ਨੇ ਵੇਖਿਆ ਤਾਂ। ਸ੍ਰੀ ਸਤਿਗੁਰ ਅਵਲੋਕਨ ਕਰ ਕੇ। ਪਾਤਸ਼ਾਹ ਜੀ ਨੇ ਇਹਨਾਂ ਦੇ ਅੰਦਰ ਦਾ ਪ੍ਰੇਮ ਜਦੋਂ ਵੇਖਿਆ ਨਾ, ਕਿ ਅੰਦਰੋਂ ਵੀ ਬੜਾ ਪ੍ਰੇਮ ਕਰਦੇ ਨੇ, ਕੇਵਲ ਬਾਹਰੋਂ ਹੀ ਨਹੀਂ ਨਮਸਕਾਰਾਂ ਕਰਦੇ ਪਏ, ਇਹਨਾਂ ਦੇ ਅੰਦਰਲੇ ਪ੍ਰੇਮ ਨੂੰ ਅਵਲੋਕ ਕੇ ਵੇਖ ਕੇ। ਵਿਧੀ ਚਾਂਦ ਕੇ ਦੀਨ ਸਪਾਨ। ਗਰੀਬ ਨਵਾਜ ਪਾਤਸ਼ਾਹ ਜੀ ਨੇ ਇਹ ਜਿਹੜਾ ਸੋਹਣਾ ਚਿੱਤਰ, ਤਸਵੀਰ, ਸਰੂਪ ਬਣਾਇਆ ਸੀ, ਇਹ ਗਰੀਬ ਨਵਾਜ ਸਾਹਿਬ ਜੀ ਨੇ ਭਾਈ ਬਿਧੀ ਚੰਦ ਸਾਹਿਬ ਜੀ ਦੇ ਪਾਨ ਉਹਨਾਂ ਦੇ ਹੱਥਾਂ ਵਿੱਚ ਦੇ ਦਿੱਤਾ। ਲੈ ਗੁਰ ਬਖਸ਼ਿਸ਼ ਨਿਜ ਸਿਰ ਪਰ ਧਰ। ਤੇ ਭਾਈ ਬਿਧੀ ਚੰਦ ਸਾਹਿਬ ਨੇ ਇਹ ਗੁਰੂ ਕੀ ਬਖਸ਼ਿਸ਼ ਹੈ। ਇਹਨੂੰ ਦੁਨੀਆ ਜੋ ਮਰਜ਼ੀ ਕਵੇ ਵੀ ਇਹ ਮੂਰਤੀਆਂ, ਇਹ ਤਸਵੀਰਾਂ, ਫਲਾਣਾ ਢਿੰਗੜਾ, ਪਰ ਭਾਈ ਬਿਧੀ ਚੰਦ ਸਾਹਿਬ ਕਹਿੰਦੇ ਗੁਰੂ ਕੀ ਬਖਸ਼ਿਸ਼ ਹੈ। ਤੇ ਗੁਰੂ ਕੀ ਬਖਸ਼ਿਸ਼ ਜਾਣ ਉਹਨਾਂ ਨੇ ਆਪਣੇ ਸੀਸ ਤੇ ਟਿਕਾ ਲਈ ਹੈ। ਅਦਬੀ ਸਾਥ ਟਿਕ ਰੱਖਣ ਕੀਨ। ਬੜੇ ਅਦਬ ਦੇ ਨਾਲ ਆਪਣੇ ਕੋਲ ਇਹ ਸਰੂਪ ਰੱਖ ਲਿਆ ਹੈ। ਅਬਲੋ ਤਿਸ ਕੀ ਕੁਲ ਜੋ ਉਪਜੈ। ਕਵੀ ਸਾਹਿਬ ਜੀ ਕਹਿੰਦੇ ਨੇ ਹਾਲੇ ਤੱਕ ਵੀ, ਕੱਲ ਗਿਆਨੀ ਸੁਖਦੇਵ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਸੀ, ਇੱਥੇ ਇਤਿਹਾਸ ਵੀ ਜ਼ਿਕਰ ਕਰ ਰਿਹਾ ਹੈ, ਕਿਉਂਕਿ ਸਾਡੇ ਕਹੇ ਤੇ ਸ਼ਾਇਦ ਆਪ ਜੀ ਨਾ ਮੰਨੋ, ਪਰ ਇਤਿਹਾਸ ਦੀਆਂ ਪੰਕਤੀਆਂ ਤੁਹਾਨੂੰ ਮੰਨਣੀਆਂ ਪੈਣਗੀਆਂ। ਕਵੀ ਸਾਹਿਬ ਜੀ ਕਹਿੰਦੇ ਹੁਣ ਤੱਕ ਵੀ ਭਾਈ ਬਿਧੀ ਚੰਦ ਸਾਹਿਬ ਜੀ ਦੀ ਜਿਹੜੀ ਪੀੜ੍ਹੀ, ਜਿਹੜੀ ਉਹਨਾਂ ਦੀ ਕੁਲ ਹੈ, ਅਬਲੋ ਤਿਸ ਕੀ ਕੁਲ ਜੋ ਉਪਜੈ। ਜੋ ਵੀ ਇਸ ਵਕਤ ਉਹਨਾਂ ਦੀ ਕੁਲ ਦੇ ਵਿੱਚ ਅਗਾਂਹ ਮੁੱਖ ਰੂਪ ਦੇ ਵਿੱਚ ਅੱਗੇ ਆਉਂਦੇ ਹਨ, ਤਿਨ ਕੇ ਟਿਕ ਸੁੰਦਰ ਸੋਚੀਨ। ਤੇ ਕਹਿੰਦੇ ਇਹ ਸੋਹਣਾ ਸਰੂਪ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਚੀਨ ਉਹਨਾਂ ਦੇ ਕੋਲ ਦੇਖਿਆ ਹੈ, ਦੇਖਿਆ ਜਾਂਦਾ ਹੈ।
ਬੜੀਆਂ ਸੰਗਤਾਂ ਨੇ ਭਾਵਨਾ ਵਾਲੀਆਂ ਨੇ, ਜਿਨ੍ਹਾਂ ਦੀ ਕੋਈ ਗੁਰੂ ਨੇ ਤਰਸ ਕੀਤਾ, ਉਹਨਾਂ ਨੇ ਦਰਸ਼ਨ ਕੀਤੇ ਹਨ। ਦਰਸ਼ਨ ਕਰ ਮਨ ਬਾਛਤ ਪਾਵਹਿ। ਤੇ ਜਦੋਂ ਕੋਈ ਦਰਸ਼ਨ ਕਰਦਾ ਹੈ ਤੇ ਕਵੀ ਸਾਹਿਬ ਜੀ ਕਹਿੰਦੇ ਉਹ ਮਨ ਵਾਂਛਿਤ ਫਲ ਪ੍ਰਾਪਤ ਕਰਦਾ ਹੈ। ਆਕਿਰਤ ਜਾਨੀ ਜਾਏ ਪ੍ਰਵੀਨ। ਤੇ ਇਹ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਇਹ ਆਕ੍ਰਿਤੀ ਜਿਹੜੀ ਹੈ, ਭਾਵ ਇਹ ਸਰੂਪ ਜਿਹੜਾ ਹੈ, ਇਹ ਬਹੁਤ ਸੋਹਣਾ ਅਦਭੁਤ, ਦੁਨੀਆ ਤੇ ਇਹਦੇ ਵਰਗਾ ਨਾ ਕੋਈ ਦੁਬਾਰਾ ਬਣਿਆ ਨਾ ਕੋਈ ਬਣੇਗਾ। ਦੇਵੇ ਲਗੇ ਉਚਤੇ ਰਨ ਕੋ ਧਨ। ਹੁਣ ਗਰੀਬ ਨਵਾਜ ਪਾਤਸ਼ਾਹ ਜੀ ਨੇ ਸੋਹਣਾ ਸਰੂਪ ਭਾਈ ਬਿਧੀ ਚੰਦ ਸਾਹਿਬ ਜੀ ਨੂੰ ਬਖਸ਼ਿਆ, ਜੋ ਅੱਜ ਵੀ ਸੁਰ ਸਿੰਘ ਪਾਵਨ ਨਗਰ ਦੇ ਵਿੱਚ ਸੁਭਾਏਮਾਨ ਹੈ। ਭਾਵਨਾ ਵਾਲੇ ਦਰਸ਼ਨ ਕਰਦੇ ਨੇ, ਜਿਨ੍ਹਾਂ ਦੀ ਗੁਰੂ ਤਰਸ ਕਰ ਲੈਂਦਾ ਹੈ। ਤਾਂ ਗੁਰੂ ਸਾਹਿਬ ਜੀ ਇੰਨੇ ਕੁ ਖੁਸ਼ ਹੋਏ ਇਹਨਾਂ ਚਿੱਤਰਕਾਰਾਂ ਦੇ ਉੱਤੇ, ਇਹਨਾਂ ਨੂੰ ਕੁਝ ਧਨ ਕੁਝ ਮਾਇਆ ਦੇਣ ਲੱਗੇ ਹਨ। ਭਏ ਦੀਨ ਮਨ ਤਿਨਹੁ ਨ ਲੀਨ। ਪਰ ਇਹ ਇੰਨੇ ਦੀਨ ਮਨ ਹੋ ਗਏ, ਇੰਨਾ ਕੁ ਇਹਨਾਂ ਦਾ ਮਨ ਗੁਰੂ ਦੀ ਪ੍ਰਸੰਨਤਾ ਲੈ ਕੇ ਪਤੀਤ ਗਿਆ ਕਿ ਨਹੀਂ ਸਤਿਗੁਰੂ ਤੁਸੀਂ ਲੋਕ ਪਰਲੋਕ ਸਵਾਰਤਾ, ਹੁਣ ਸਾਨੂੰ ਇਹਨਾਂ ਦਮੜਿਆਂ ਦੀ ਕੀ ਲੋੜ ਹੈ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਮਹਾਰਾਜ ਹੁਣ ਨਹੀਂ ਕੁਛ ਰਹਿ ਗਿਆ ਪੱਲੇ ਦੇ ਵਿੱਚ, ਲੋੜ ਹੀ ਨਹੀਂ ਕਿਸੇ ਚੀਜ਼ ਦੀ। ਹਜੂਰ ਮਾਇਆ ਦਿੰਦੇ ਨੇ, ਪਰ ਇਹ ਕਹਿੰਦੇ ਨਹੀਂ ਮਹਾਰਾਜ ਤੁਸੀਂ ਜੋ ਦੇ ਦਿੱਤਾ ਉਹ ਬਹੁਤ ਕੁਝ ਹੈ, ਉਹ ਬਹੁਤ ਕੁਝ ਹੈ। ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਧੀਰਜ ਸਹਿਤ ਬਿਲੰਦ। ਇਸ ਤਰ੍ਹਾਂ ਹਜੂਰ ਗੁਰੂ ਹਰਗੋਬਿੰਦ ਮਹਾਰਾਜ ਬੜੀ ਧੀਰਜਤਾ ਦੇ ਸਹਿਤ ਕਰਤ ਬਿਲਾਸ ਅਨੇਕ ਬਿਦ ਸੰਕਟ ਦਾਸ ਨਿਕੰਦ। ਤੇ ਅਨੇਕਾਂ ਵਿਧੀਆਂ ਦੇ ਨਾਲ ਇਹ ਬਿਲੰਦ, ਇਹ ਚੋਜ, ਇਹ ਕੌਤਕ ਕਰ ਰਹੇ ਨੇ ਤੇ ਆਪਣੇ ਸਿੱਖਾਂ ਸੇਵਕਾਂ ਦੇ ਦੁੱਖ ਦਲਿੱਦਰ ਕਲੇਸ਼ ਜਿਹੜੇ ਹਨ, ਉਹਨਾਂ ਦੇ ਪਾਪ ਆਦਿਕ ਜਿਹੜੇ ਹਨ ਉਹ ਕੱਟ ਰਹੇ ਹਨ। ਉਠੇ ਬਾਗ ਤੇ ਸਤਿਗੁਰੂ ਪਹੁੰਚੇ ਮੰਦਰ ਜਾਏ। ਫਿਰ ਹਜੂਰ ਪਾਤਸ਼ਾਹ ਜੀ ਸੋਹਣੀ ਵਿਛਾਈ ਤੋਂ ਉੱਠ ਖਲੋਤੇ ਨੇ, ਆਪਣੇ ਸੋਹਣੇ ਘੋੜੇ ਤੇ ਅਸਵਾਰ ਹੋ ਕਰਕੇ ਆਪਣੇ ਮੰਦਰ ਭਾਵ ਆਪਣੇ ਨਿਜ ਅਸਥਾਨ ਆ ਗਏ ਹਨ। ਖਾਨ ਪਾਨ ਕਰ ਜਥਾ ਰੁਚ ਸੁਪਤ ਪਏ ਸੁਖ ਪਾਏ। ਤੇ ਸੰਧਿਆ ਦਾ ਸਮਾਂ ਤੇ ਬਾਗ ਵਿੱਚ ਸ਼ਿਕਾਰ ਖੇਡਦੇ ਹੀ ਹੋ ਗਿਆ ਸੀ। ਘਰੇ ਪਹੁੰਚਦਿਆਂ ਤੱਕ ਹਨੇਰਾ ਹੋਇਆ। ਪਾਤਸ਼ਾਹ ਜੀ ਨੇ ਪ੍ਰਸ਼ਾਦਾ ਪਾਣੀ ਛਕਿਆ, ਫਿਰ ਸਰੀਰ ਕਰਕੇ ਆਰਾਮ ਕਰਨ ਲੱਗੇ। ਦੋਹਰਾ ਦਿਵਸ ਆਗਲੇ ਸਤਿਗੁਰੂ ਬੈਠੇ ਲਾਏ ਦੀਵਾਨ। ਅਗਲਾ ਦਿਨ ਚੜ੍ਹਦਾ ਹੈ ਤਾਂ ਹਜੂਰ ਪਾਤਸ਼ਾਹ ਜੀ ਆਪਣੇ ਸੁਭਾਅ ਮੁਤਾਬਕ ਨਿਤ ਮਰਿਆਦਾ ਅਨੁਸਾਰ ਹਜੂਰ ਪਾਤਸ਼ਾਹ ਸੋਹਣਾ ਦੀਵਾਨ ਲੱਗਦਾ ਹੈ ਤੇ ਸੋਹਣੇ ਸਿੰਘਾਸਨ ਦੇ ਉੱਤੇ ਦਾਤਾਰ ਪਾਤਸ਼ਾਹ ਆਣ ਸੁਭਾਏਮਾਨ ਹੁੰਦੇ ਹਨ। ਪਠਿਹੁ ਤੋ ਖੋਜਾ ਅਨਵਰ ਸੂਬੇ ਕਾਲੇ ਖਾਨ। ਇੱਧਰ ਆਪ ਜੀ ਨੇ ਪਿੱਛੇ ਜਿਹੜੇ ਪ੍ਰਸੰਗ ਸੁਣੇ ਨੇ, ਜਦੋਂ ਫੌਜ ਜਲੰਧਰ ਪਹੁੰਚੀ ਸੀ ਤਾਂ ਇਹਨਾਂ ਨੇ ਜਦੋਂ ਅੱਗੇ ਚੜ੍ਹਾਈ ਕਰਨੀ ਸੀਗੀ ਕਰਤਾਰਪੁਰ ਸਾਹਿਬ ਵੱਲ, ਤਾਂ ਇਹਨਾਂ ਆਪਸ ਵਿੱਚ ਇੱਕ ਸਲਾਹ ਮਸ਼ਵਰਾ ਜਿਹਾ ਕੀਤਾ ਸੀ। ਕੋਈ ਕਹਿੰਦਾ ਸੀ ਕਿ ਆਪਾਂ ਨੂੰ ਨਹੀਂ ਜਾਣਾ ਚਾਹੀਦਾ, ਕਿਉਂਕਿ ਗੁਰੂ ਹਰਗੋਬਿੰਦ ਮਹਾਰਾਜ ਬੜੇ ਬਲਸ਼ਾਲੀ ਨੇ, ਹੁਣ ਤੱਕ ਉਹਨਾਂ ਨੇ ਸਾਰੇ ਜੰਗ ਜਿੱਤੇ ਨੇ, ਕੋਈ ਉਹਨਾਂ ਨੂੰ ਜਿੱਤ ਨਹੀਂ ਸਕਿਆ। ਕੌਣ ਅੱਗੇ ਲੱਗੇ, ਵਿਚਾਰਾਂ ਚੱਲਦੀਆਂ ਸੀ। ਕੋਈ ਕਹਿੰਦਾ ਸੀ ਛੱਡੋ ਖਹਿੜਾ, ਪਰ ਪੈਂਦੇ ਖਾਂ ਕਹਿੰਦਾ ਸੀ ਤੁਸੀਂ ਗੁਰੂ ਦੀ ਛੱਡੋ, ਗੁਰੂ ਦੇ ਨਾਲ ਮੈਂ ਲੜਾਂਗਾ, ਬਾਕੀ ਫੌਜਾਂ ਦੇ ਨਾਲ ਤੁਸੀਂ ਲੜ ਲਿਓ। ਇਹ ਵਿਚਾਰ ਵਟਾਂਦਰਾ ਚੱਲਦਾ ਸੀ। ਤਾਂ ਫਿਰ ਇੱਕ ਸਲਾਹ ਕੀਤੀ ਗਈ ਕਿ ਕਿਉਂ ਨਾ ਆਪਾਂ ਖੋਜਾ ਅਨਵਰ ਖਾਨ ਜਿਹੜਾ ਹੈ, ਇਹਨੂੰ ਇੱਕ ਵਾਰ ਗੁਰੂ ਹਰਗੋਬਿੰਦ ਮਹਾਰਾਜ ਕੋਲ ਭੇਜੀਏ। ਇਹ ਜਾ ਕੇ ਉੱਥੋਂ ਦੀ ਸੂਹ ਖਬਰ ਲੈ ਕੇ ਆਵੇ ਕਿ ਗੁਰੂ ਸਾਹਿਬ ਕੋਲ ਕਿੰਨੀ ਕੁ ਫੌਜ ਹੈ, ਕਿੰਨੀ ਕੁ ਤਿਆਰੀ ਹੈ, ਉਹਨਾਂ ਨੂੰ ਸਾਡੇ ਆਉਣ ਦੀ ਖਬਰ ਹੋਈ ਹੈ ਜਾਂ ਨਹੀਂ। ਵੀ ਜੇ ਤਾਂ ਉਹਨਾਂ ਨੂੰ ਨਹੀਂ ਖਬਰ ਤੇ ਆਪਾਂ ਇੱਕਦਮ ਹਮਲਾ ਕਰ ਦਿੰਦੇ ਹਾਂ, ਜੇ ਉਹਨਾਂ ਨੂੰ ਖਬਰ ਹੈ ਤੇ ਉਹ ਕਿੰਨੀ ਕੁ ਤਿਆਰੀ ਕਰਕੇ ਬੈਠੇ ਨੇ ਸਾਨੂੰ ਰੋਕਣ ਵਾਸਤੇ। ਇੱਕ ਵਾਰ ਕੋਈ ਇਸ ਤਰ੍ਹਾਂ ਦਾ ਸੂਈਆ ਜਿਹੜਾ ਉਹ ਭੇਜ ਲੈਣਾ ਚਾਹੀਦਾ ਹੈ। ਤਾਂ ਇਸ ਤਰ੍ਹਾਂ ਇਹ ਕਾਲੇ ਖਾਨ ਦਾ ਭੇਜਿਆ ਹੋਇਆ ਅਨਵਰ ਖਾਨ ਜਿਹੜਾ ਹੈ ਇਹ ਪਹੁੰਚਣਾ ਕਰਦਾ ਹੈ। ਚੌਪਈ ਪੂਰਬ ਕਈ ਵਾਰ ਸੁਆਵਾ। ਇਹ ਜਿਹੜਾ ਅਨਵਰ ਖਾਨ ਹੈ ਇਹ ਪਹਿਲਾਂ ਕਈ ਵਾਰ ਗੁਰੂ ਹਰਗੋਬਿੰਦ ਮਹਾਰਾਜ ਕੋਲ ਆ ਚੁੱਕਾ ਹੈ। ਕਹਿ ਵਜ਼ੀਰ ਖਾਂ ਜਬ ਹੈ ਪਠਾਵਾ। ਇਹਦੇ ਆਉਣ ਦਾ ਕਾਰਨ ਇਹ ਹੋਇਆ ਕਰਦਾ ਸੀ ਕਿ ਜਦੋਂ ਵਜ਼ੀਰ ਖਾਂ ਜਿਹੜਾ ਬਾਦਸ਼ਾਹ ਦੇ ਕੋਲ ਰਹਿੰਦਾ ਸੀ, ਉਹ ਕਈ ਵਾਰ ਕਿਸੇ ਕਾਰਜ ਹਿੱਤ, ਕਿਸੇ ਸਲਾਹ ਹਿੱਤ ਜਾਂ ਕੋਈ ਉਹਦੀ ਕਾਮਨਾ ਭਾਵਨਾ ਹੋਣੀ, ਕੁਝ ਭੇਟ ਕਰਨਾ ਉਹਨੇ, ਤਾਂ ਉਹ ਇਹਨੂੰ ਗੁਰੂ ਸਾਹਿਬ ਦੇ ਕੋਲ ਭੇਜਿਆ ਕਰਦਾ ਸੀ। ਗੁਰ ਕੇ ਸੰਗ ਮਿਲਿਓ ਬਹੁ ਬਾਰੀ। ਇਸ ਮਕਸਦ ਨੂੰ ਲੈ ਕੇ ਇਹ ਬੜੀ ਵਾਰ ਗੁਰੂ ਹਰਗੋਬਿੰਦ ਮਹਾਰਾਜ ਨੂੰ ਪਹਿਲਾਂ ਮਿਲ ਚੁੱਕਾ ਹੈ। ਜਾਂ ਤੇ ਭੇਜਿਓ ਜਾਨ ਚਿਨਾਰੀ। ਇਸੇ ਕਰਕੇ ਇਹਨੂੰ ਤਾਂ ਭੇਜਿਆ ਵੀ ਜੇ ਹੋਰ ਬੰਦਾ ਭੇਜਾਂਗੇ ਨਵਾਂ ਵੇਖ ਕੇ ਪਤਾ ਲੱਗ ਜੇ ਕੋਈ ਸੂਈਆ ਆਇਆ ਤੇ ਖੋਜਾ ਅਨਵਰ ਖਾਂ ਤੇ ਜਾਂਦਾ ਹੀ ਰਹਿੰਦਾ ਗੁਰੂ ਸਾਹਿਬ ਦੇ ਕੋਲ, ਸੋ ਕੋਈ ਇਹਦੇ ਤੇ ਬਹੁਤਾ ਸ਼ੱਕ ਨਹੀਂ ਕਰੇਗਾ, ਇਹਦੀ ਪਹਿਚਾਣ ਨਹੀਂ ਹੋਏਗੀ ਕਿ ਇਹ ਸੂਹ ਖਬਰ ਲੈਣ ਆਇਆ
ਜਾਂ ਵੈਸੇ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਇਆ। ਸੋ ਇਹ ਸਾਰੀ ਸਲਾਹ ਕਰਕੇ ਤਾਂ ਇਹਨੂੰ ਭੇਜਿਆ ਗਿਆ। ਨਗਰ ਜਲੰਧਰ ਕੋ ਤਜ ਆਇਓ। ਇਹ ਫਿਰ ਉਸੇ ਵਕਤ ਜਲੰਧਰ ਨਗਰ ਜਿਹੜਾ ਹੈ ਜਿੱਥੇ ਸਾਰੀ ਫੌਜ ਰੁਕੀ ਹੋਈ ਹੈ ਉਹਨੂੰ ਛੱਡ ਕੇ ਉੱਥੋਂ ਤੁਰ ਪਿਆ ਹੈ। ਸ੍ਰੀ ਕਰਤਾਰਪੁਰਾ ਨਿਅਰ ਆਇਓ। ਤੇ ਇਹ ਸ੍ਰੀ ਕਰਤਾਰਪੁਰ ਸਾਹਿਬ ਜਦੋਂ ਨੇੜੇ ਆ ਗਿਆ ਆ ਪ੍ਰਵੇਸ਼ ਕਰਦਾ ਹੈ। ਤੇ ਛਿਨ ਮਨ ਮੈਂ ਕਪਟ ਵਿਚਾਰਾ। ਜਦੋਂ ਇਹ ਕਰਤਾਰਪੁਰ ਸਾਹਿਬ ਪ੍ਰਵੇਸ਼ ਕਰਦਾ ਹੈ ਇਹਨੇ ਉਸੇ ਵੇਲੇ ਮਨ ਦੇ ਵਿੱਚ ਕਪਟ ਆ ਗਿਆ। ਇਹ ਕਪਟ ਆਉਣ ਦਾ ਕਾਰਨ ਸੁਭਾਵਿਕ ਸੀ ਕਿਉਂਕਿ ਇਹਦਾ ਮਕਸਦ ਅੱਜ ਗਲਤ ਹੈ, ਇਹਦੀ ਮਨਸ਼ਾ ਗਲਤ ਹੈ। ਇਹਦੇ ਮਨ ਵਿੱਚ ਕਪਟ ਆ ਗਿਆ ਹੈ। ਅਬ ਮੈਂ ਪਰਖੋਂ ਕਰ ਨਿਰਧਾਰਾ। ਕਹਿੰਦਾ ਕਿਉਂ ਨਾ ਅੱਜ ਮੈਂ ਗੁਰੂ ਹਰਗੋਬਿੰਦ ਮਹਾਰਾਜ ਨੂੰ ਪਰਖਦਾ ਹਾਂ। ਅੱਜ ਮੈਂ ਗੱਲ ਨਿਰਧਾਰਾ ਭਾਵ ਇਹ ਗੱਲ ਅੱਜ ਪੱਕੀ ਕਰਕੇ ਦੇਖਦਾ ਹਾਂ। ਪਹਿਲਾਂ ਗੁਰੂ ਦੀ ਪਰਖ ਕਰਾਂਗਾ ਫਿਰ ਮੈਂ ਇਹ ਗੱਲ ਆਪਣੇ ਆਪ 'ਚ ਮੰਨ ਲਵਾਂਗਾ। ਸ੍ਰੀ ਨਾਨਕ ਅਵਤਾਰ ਕੇ ਨਾਹੀ। ਇਹ ਗੁਰੂ ਨਾਨਕ ਸਾਹਿਬ ਦੇ ਅਵਤਾਰ ਹਨ ਜਾਂ ਨਹੀਂ ਹਨ। ਮੈਂ ਇਹ ਅੱਜ ਪਰਖ ਕਰਨੀ ਗੁਰੂ ਹਰਗੋਬਿੰਦ ਮਹਾਰਾਜ ਦੀ। ਤੇ ਮਾਫ ਕਰਿਓ ਸਾਡੇ 'ਚ ਵੀ ਬੜੇ ਖੋ ਜਾਨਵਰ ਖਾਂ ਫਿਰਦੇ ਨੇ ਜਿਹੜੇ ਕਿਤੇ ਨਾ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਪਰਖਾਂ ਕਰਦੇ ਫਿਰਦੇ ਨੇ, ਕਸਵੱਟੀਆਂ ਲਾਉਂਦੇ ਫਿਰਦੇ ਨੇ ਕਿ ਜੇ ਗੁਰੂ ਨਾਨਕ ਦੀ ਜੋਤ ਹੈ ਤਾਂ ਮੇਰਾ ਆਹ ਕੰਮ ਕਰਕੇ ਦਿਖਾਉਣ, ਮੇਰੀ ਆਹ ਅਰਦਾਸ ਪੂਰੀ ਕਰਕੇ ਦਿਖਾਉਣ। ਬੜਾ ਸੋਹਣਾ ਪ੍ਰਸੰਗ ਹੈ, ਸਾਰਾ ਸੁਣੋਗੇ ਅਕਲ ਆ ਜਾਏਗੀ ਸਾਨੂੰ। ਤਾਂ ਇਹ ਮਨ ਦੇ ਵਿੱਚ ਇੱਕ ਕਪਟ ਲੈ ਕੇ ਆਇਆ ਹੈ ਕਿ ਮੈਂ ਗੁਰੂ ਹਰਗੋਬਿੰਦ ਮਹਾਰਾਜ ਦੀ ਅੱਜ ਪਰਖ ਕਰਨੀ ਹੈ ਕਿ ਵਾਕਈ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ। ਗੁਰੂ ਨਾਨਕ ਵਾਲੀਆਂ ਸ਼ਕਤੀਆਂ, ਕਰਾਮਾਤਾਂ, ਉਹ ਸਮਰੱਥਾ, ਉਹ ਬਲ ਇਹਨਾਂ ਵਿੱਚ ਹੈ ਜਾਂ ਨਹੀਂ। ਕਰਾਮਾਤ ਕਾਮਲ ਧਰਮਾਹੀ। ਇਹ ਵਾਕਈ ਹੀ ਸਾਰੀਆਂ ਕਰਾਮਾਤਾਂ ਵਿੱਚ ਕਾਮਲ ਹਨ। ਇਹ ਬਿਲਕੁਲ ਗੁਰੂ ਨਾਨਕ ਦੇ ਘਰ ਦੀਆਂ ਜੋ ਅਗੰਮੀ ਦਾਤਾਂ ਹਨ ਉਹ ਇਹਨਾਂ ਵਿੱਚ ਵਰਤਦੀਆਂ ਜਾਂ ਨਹੀਂ। ਪ੍ਰਥਮ ਆਪ ਤੋਂ ਮਸਲਤ ਕਰਨੇ। ਇਹ ਪਹਿਲਾਂ ਜਦੋਂ ਵੀ ਆਉਂਦਾ ਸੀ ਇਹ ਕੋਈ ਸਲਾਹ ਮਸ਼ਵਰਾ ਕਰਨ ਆਉਂਦਾ ਸੀ, ਹੁਣ ਆਪਣੇ ਮਨ 'ਚ ਵਿਚਾਰ ਕਰਦਾ। ਕਹਿੰਦਾ ਪਹਿਲਾਂ ਮੈਂ ਜਿੰਨੀ ਵਾਰ ਵੀ ਆਇਆ ਮੈਂ ਕਿਸੇ ਕੰਮ ਆਇਆ, ਕੋਈ ਸਲਾਹ ਕਰਨ ਵਾਸਤੇ ਆਇਆ ਹਾਂ। ਅਬ ਕਹਿ ਗੁਰ ਪ੍ਰਾਨ ਹਮ ਹਰਨੇ। ਪਰ ਹੁਣ ਮੈਂ ਗੁਰੂ ਨਾਲ ਸਲਾਹ ਕਰਨ ਥੋੜੀ ਆਇਆ, ਹੁਣ ਤਾਂ ਮੈਂ ਗੁਰੂ ਦੇ ਪ੍ਰਾਣ ਹਣਨ ਕਰਨ ਵਾਸਤੇ ਆਇਆ ਵਾ ਨਾ। ਅੱਜ ਮੇਰੇ ਆਉਣ ਦਾ ਕੰਮ ਕੋਈ ਸਲਾਹ ਕਰਨੀ ਥੋੜੀ ਹੈ। ਅੱਜ ਤਾਂ ਮੇਰੇ ਆਉਣ ਦਾ ਟੀਚਾ ਇਹ ਹੈ ਵੀ ਮੈਂ ਗੁਰੂ ਦੇ ਪ੍ਰਾਣ ਲੈਣੇ ਨੇ। ਇਸ ਕਰਕੇ ਮੈਨੂੰ ਆਪਣੀ ਮਨਸ਼ਾ ਬਦਲਣੀ ਪਵੇਗੀ। ਇਮ ਵਿਚਾਰ ਕਰ ਦੋਏ ਦਿਨਾਰ। ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਕਰਕੇ ਇਹਨੇ 2 ਦਿਨਾਰ ਭਾਵ ਕੇ 2 ਮੋਹਰਾਂ ਲੈ ਲਈਆਂ ਹਨ। ਦੋਨੋਂ ਹੱਥਾਂ ਪਰ ਤਬ ਧਾਰ। ਇਹ ਦੋਨੋਂ ਹੱਥਾਂ ਦੇ ਇਹਨੇ ਇੰਜ ਪਹਿਲਾਂ ਤਲੀਆਂ ਤੇ ਰੱਖ ਲਈਆਂ ਹਨ। ਤਰੇ ਹੱਥ ਕਰ ਏਕ ਛਪਾਈ। ਫਿਰ ਇੱਕ ਮੋਹਰ ਜਿਹੜੀ ਹੈ ਉਹਨੂੰ ਹੱਥ ਤਰੇ ਭਾਵ ਕੇ ਪੁੱਠਾ ਜਿਵੇਂ ਆਪਾਂ ਮੁੱਠੀ 'ਚ ਬੰਦ ਕਰ ਲਈਏ, ਇੰਜ ਅਰਥ ਸਮਝ ਲਓ ਇੱਕ ਵਾਰ। ਇਹਨੇ ਇੱਕ ਮੋਹਰ ਜਿਹੜੀ ਹੱਥ ਦੇ ਵਿੱਚ ਬੰਦ ਕਰ ਲਈ ਹੈ। ਇੱਕ ਕਰ ਉਪਰ ਦੇਹ ਦਿਖਾਈ। ਤੇ ਇੱਕ ਮੋਹਰ ਜਿਹੜੀ ਇਹਨੇ ਹੱਥ ਦੇ ਉੱਤੇ ਰੱਖ ਲਈ ਹੈ। ਇੰਜ ਸਮਝ ਲਓ ਭਾਵੇਂ ਇਹਨੂੰ ਵੀ ਇੱਕ ਮੁੱਠ ਬੰਦ ਕਰਕੇ ਤੇ ਦੂਜੀ ਮੋਹਰ ਤਲੀ ਦੇ ਉੱਤੇ ਰੱਖੀ ਹੈ, ਜਾਂ ਇੰਜ ਵੀ ਇਹਦਾ ਅਰਥ ਕਰ ਸਕਦੇ ਹੋ ਜਿਹੜੀ ਮੁੱਠੀ ਵਿੱਚ ਇੱਕ ਮੋਹਰ ਬੰਦ ਹੈ ਦੂਜੀ ਮੋਹਰ ਉਹਦੇ ਉੱਪਰ ਰੱਖ ਲਈ ਹੈ। ਜਿਹਦਾ ਇਹ ਵੀ ਅਰਥ ਕਰ ਸਕਦੇ ਹੋ ਕਿ ਇੱਕ ਮੋਹਰ ਜਿਹੜੀ ਹੈ ਉਹ 2 ਹੱਥਾਂ ਦੇ ਵਿੱਚ ਦਬਾ ਕੇ ਤੇ ਦੂਸਰੀ ਮੋਹਰ ਜਿਹੜੀ ਤਲੀ ਤੇ ਰੱਖ ਲਈ। ਮੁੱਖ ਦੀ ਗੱਲ ਹੈ ਇੱਕ ਛੁਪਾ ਲਈ ਹੈ ਤੇ ਇੱਕ ਉੱਪਰ ਕਰ ਲਈ ਹੈ। ਜੇ ਅਜਮਤ ਲੈ ਦੋਨੋਂ ਜਾਨ। ਕਹਿੰਦਾ ਜੇ ਤਾਂ ਗੁਰੂ ਅੱਜ ਅਜਮਤ ਵਾਲਾ ਹੋਏਗਾ, ਕਰਾਮਾਤ ਵਾਲਾ ਹੋਏਗਾ, ਅੰਤਰਜਾਮੀ ਹੋਏਗਾ ਤਾਂ ਗੁਰੂ ਦੋਨੇ ਮੋਹਰਾਂ ਬਾਰੇ ਜਾਣ ਲਵੇਗਾ। ਆਪਣੀ ਭੇਟ ਤਰਾਹੇ ਬਖਾਨ। ਤੇ ਗੁਰੂ ਕਹਿ ਦਵੇਗਾ ਕਿ ਲਿਆ 2 ਮੋਹਰਾਂ ਲੈ ਕੇ ਆਇਆ, ਤੂੰ ਭੇਟਾ ਭਾਵੇਂ ਨਹੀਂ ਹੈ ਪਰ ਇਹ ਕਹਿੰਦਾ ਆਪਣੀ ਭੇਟ ਕਿ ਮੈਂ ਜਿਹੜੀ ਭੇਟਾ ਦੇਣੀ ਹੈ ਇਹ ਗੁਰੂ ਆਪੇ ਰਖਾ ਲਵੇਗਾ, ਜਿਵੇਂ ਕਦੀ ਮੱਖਣ ਛਾਲੋ ਬਾਣੇ ਨਾਲ ਹੁੰਦੀ ਹੈ। ਤਾਂ ਖੈਰ ਇਹ ਕਹਿੰਦਾ ਹੈ ਕਿ ਜੇ ਗੁਰੂ ਅੰਤਰਜਾਮੀ ਹੋਏਗਾ ਤਾਂ 2 ਮੋਹਰਾਂ ਆਪੇ ਮੇਰੇ ਤੋਂ ਲੈ ਲਵੇਗਾ। ਸਭਾ ਵਿਖੇ ਜਹ ਬੈਠੇ ਸੁਨੇ। ਜਿੱਥੇ ਹੁਣ ਇਹਨੇ ਸੁਣਿਆ ਗੁਰੂ ਹਰਗੋਬਿੰਦ ਮਹਾਰਾਜ ਕਿੱਥੇ ਨੇ, ਪੁੱਛਿਆ ਸਿੱਖਾਂ ਨੂੰ ਵੀ ਸ਼ਿਕਾਰ ਖੇਡਣ ਗਏ ਜਾਂ ਆਰਾਮ ਕਰਦੇ ਜਾਂ ਦੀਵਾਨ 'ਚ ਹੈ। ਸਿੱਖ ਦੱਸਦੇ ਨੇ ਦੀਵਾਨ ਵਿੱਚ ਬੈਠੇ ਨੇ। ਇਹ ਉੱਥੇ ਆ ਪਹੁੰਚਿਆ। ਪਹੁੰਚੋਗੀ ਦੀ ਤਰਕਨ ਘਨੇ। ਇਹ ਗੀਦੀ ਇਹ ਕਾਇਰ ਜਿਹੜਾ ਹੈ ਬਹੁਤ ਮਨ ਵਿੱਚ ਤਰਕਾਂ ਕੁਤਰਕਾਂ ਲੈ ਕਰਕੇ ਪਾਤਸ਼ਾਹ ਤੱਕ ਆ ਗਿਆ। ਉਤਰ ਤੁਰੰਗ ਤੇ ਗਇਓ ਅਗਾਰੀ। ਤੇ ਜਦੋਂ ਸਾਹਮਣੇ ਆਇਆ ਆਪਣਾ ਘੋੜਾ ਰੋਕਿਆ, ਘੋੜੇ ਤੋਂ ਉਤਰਿਆ, ਫਿਰ ਗਇਓ ਅਗਾਰੀ, ਫਿਰ ਪੈਦਲ ਚੱਲ ਕੇ ਨੰਗੇ ਪੈਰ ਹਜੂਰ ਪਾਤਸ਼ਾਹ ਜੀ ਦੇ ਐਨ ਕੋਲ ਪਹੁੰਚਦਾ ਹੈ। ਤਿਮ ਦੀਨਾਰ ਹੱਥ ਪਰ ਧਾਰੀ। ਤੇ ਜਿਵੇਂ ਹੀ ਇਹਨੇ ਦੋਵੇਂ ਮੋਹਰਾਂ ਜੋ ਇਹਨੇ ਮਨ 'ਚ ਸੋਚਿਆ ਸੀ, ਇੱਕ ਛੁਪਾਈ ਹੈ ਇੱਕ ਹੱਥ ਦੇ ਉੱਤੇ ਰੱਖੀ ਹੈ। ਜਬ ਸਤਿਗੁਰ ਕੋ ਨਜ਼ਰ ਦਿਖਾਈ। ਜਦੋਂ ਇਹਨੇ ਸਤਿਗੁਰਾਂ ਨੂੰ ਨਜ਼ਰ ਦਿਖਾਈ ਨਾ, ਭਾਵ ਜਦੋਂ ਗੁਰੂ ਕੀ ਨਜ਼ਰ ਦੇ ਸਾਹਮਣੇ ਆ ਗਿਆ, ਨੇੜੇ ਆ ਗਿਆ, ਹਜੂਰ ਨੇ ਜਦੋਂ ਇਹਦੇ ਵੱਲ ਵੇਖ ਲਿਆ ਤਾਂ ਕੀ ਨ ਬਿਲੋ ਕਣ ਭਨਿਓ ਸੁਣਾਈ। ਸਤਿਗੁਰੂ ਪਾਤਸ਼ਾਹ
ਪਾਤਸ਼ਾਹ ਇਹਦੇ ਨਾਲ ਹਾਲੇ ਕੋਈ ਬਹੁਤੇ ਬਚਨ ਨਹੀਂ, ਇਹਨੂੰ ਸੁਣਾ ਕੇ ਪਾਤਸ਼ਾਹ ਜੀ ਨੇ ਇੱਕ ਬਚਨ ਕਹਿਣਾ ਕੀਤਾ। ਆਵੋ ਖਾਨ ਸੁਮਤ ਵਿਪਰੀਤੀ। ਸਭ ਕਹਿੰਦੇ ਆ ਅਨਵਰ ਖਾਨ ਸੁਮਤ ਵਿਪਰੀਤੀ, ਅੱਜ ਪੁੱਠੀ ਮੱਤ ਲੈ ਕੇ ਆ ਗਏ ਆ। ਸੁਮਤ ਭਾਵ ਪਹਿਲਾਂ ਤੇਰੇ ਕੋਲ ਬੜੀ ਸ੍ਰੇਸ਼ਟ ਮੱਤ ਸੀ, ਅੱਜ ਵਿਪਰੀਤ, ਅੱਜ ਸ੍ਰੇਸ਼ਟ ਦੇ ਉਲਟ ਭਾਵ ਅੱਜ ਪੁੱਠੀ ਬੁੱਧੀ ਲੈ ਕੇ ਆ ਗਿਆ ਹੈ। ਕਰੀ ਪ੍ਰਥਮ ਤੇ ਅਪਰ ਅਨੀਤੀ। ਅੱਜ ਤਾਂ ਤੂੰ ਪਹਿਲਾਂ ਨਾਲੋਂ ਉਲਟੀ ਨੀਤੀ ਜਿਹੜੀ ਹੈ, ਅਨੀਤ ਜਿਹਨੂੰ ਕਹਿ ਲਈਏ, ਉਲਟਾ ਕੰਮ ਅੱਜ ਕਰ ਦਿੱਤਾ ਹੈ। ਕਹੈ ਸੋ ਅਬਲੋ ਪਹੁੰਚਿਓ ਆਏ ਨਾ। ਇਹਨੇ ਅੱਗੋਂ ਜਵਾਬ ਦਿੱਤਾ, ਕਹਿੰਦਾ ਮਹਾਰਾਜ ਮੈਂ ਤੇ ਪਹੁੰਚਿਆ ਹੀ ਨਹੀਂ ਹਾਲੇ ਤੱਕ ਤੁਹਾਡੇ ਤੱਕ। ਜਿਵੇਂ ਆਪਾਂ ਕਈ ਵਾਰ ਜਾਈਏ ਅਗਲੇ ਨੂੰ ਮਿਲ ਵੀ ਲਈਏ ਤੇ ਕੋਈ ਗੱਲ ਹੋ ਜੇ, ਆਪਾਂ ਕਹਿੰਦੇ ਮੈਂ ਤਾਂ ਹਾਲੇ ਘਰੇ ਵੜਿਆ ਵੀ ਨਹੀਂ ਸੀ, ਭਾਵੇਂ ਆਪਾਂ ਘਰੇ ਪਹੁੰਚ ਗਏ ਹੁੰਨੇ ਆ, ਆਪਾਂ ਕਹਿੰਦੇ ਮੈਂ ਤਾਂ ਘਰੇ ਵੜਿਆ ਹੀ ਨਹੀਂ ਸੀ ਜਦੋਂ ਆਹ ਗੱਲ ਉਹਨੇ ਕਰ ਦਿੱਤੀ ਮੇਰੇ ਜਾਂਦੇ ਹੀ। ਇਸ ਲਈ ਕਹਿੰਦਾ ਹੈ ਕਿ ਮਹਾਰਾਜ ਮੈਂ ਤਾਂ ਹਾਲੇ ਤੁਹਾਡੇ ਤੱਕ ਪਹੁੰਚਿਆ ਵੀ ਨਹੀਂ ਹਾਂ। ਕਹਾਂ ਕੁਮਤ ਕਹੇ ਦਿਓ ਬਤਾਵਨ। ਨਾ ਮੇਰੀ ਤੁਹਾਡੀ ਕੋਈ ਵਾਰਤਾਲਾਪ ਹੋਈ, ਕੋਈ ਗੱਲਬਾਤ ਹੋਈ ਤੇ ਤੁਸੀਂ ਵੇਖਦੇ ਸਾਰੇ ਕਹਿਤਾ ਕਿ ਤੂੰ ਅੱਜ ਪੁੱਠੀ ਮੱਤ ਧਾਰਨ ਕਰਕੇ ਆ ਗਿਆ, ਤੂੰ ਖੋਟੀ ਨੀਤੀ ਲੈ ਕੇ ਆ ਗਿਆ। ਮਹਾਰਾਜ ਕੀ ਮੇਰੀ ਖੋਟੀ ਨੀਤੀ ਤੁਸੀਂ ਵੇਖ ਲਈ ਹੈ, ਕੀ ਮੇਰੇ ਅੰਦਰ ਖੋਟੀ ਮੱਤ ਤੁਸੀਂ ਵੇਖ ਲਈ? ਹਾਲੇ ਤਾਂ ਮੈਂ ਤੁਹਾਡੇ ਕੋਲ ਵੀ ਨਹੀਂ ਪਹੁੰਚਿਆ ਹਾਂ। ਸੁਨ ਗੁਰ ਉਚਰਿਓ ਜਬ ਜਗ ਫੂਟੈ। ਇਹਨੂੰ ਇੰਜ ਲੱਗਦਾ ਸੀ ਕਿ ਗੁਰੂ ਨੂੰ ਕਿਸੇ ਪਤਾ ਹੀ ਨਹੀਂ ਹੋਣਾ। ਗੁਰੂ ਸਾਹਿਬ ਨੇ ਜਦੋਂ ਇਹਨੇ ਥੋੜਾ ਜਿਹਾ ਇਸ ਤਰ੍ਹਾਂ ਜਵਾਬ ਦਿੱਤਾ ਤੇ ਹਜੂਰ ਪਾਤਸ਼ਾਹ ਮੁਸਕਰਾ ਕੇ ਇਹਨੂੰ ਕਹਿਣ ਲੱਗੇ, ਤਿਸ ਕੋ ਸਤੁਰ ਤੁਰਤ ਹੀ ਕੂਟੈ। ਕਹਿੰਦੇ ਜਦੋਂ ਜੁੱਟ ਛੁੱਟ ਜਾਂਦਾ ਹੈ ਨਾ, ਇਹਦੇ ਤਿੰਨ ਅਰਥ ਵਿਦਵਾਨਾਂ ਨੇ ਕੀਤੇ ਨੇ। ਸਾਹਿਬ ਕਹਿੰਦੇ ਜਦੋਂ ਮੈਦਾਨੇ ਜੰਗ ਦੇ ਵਿੱਚ ਕੋਈ ਜੋਟੀ ਹੋਵੇ ਉਹ ਟੁੱਟ ਜੇ ਤਾਂ ਉਹਨੂੰ ਸ਼ਤਰੂ ਜਿਹੜਾ ਉਹ ਮਾਰ ਲੈਂਦਾ ਹੈ। ਜਾਂ ਦੋ ਧਿਰਾਂ ਹੋਣ, ਜਿਵੇਂ ਅੱਜ ਕਹਿ ਲਈਏ ਦੋ ਸਰਕਾਰਾਂ ਹੋਣ ਜਾਂ ਦੋ ਧਿਰਾਂ ਆਪਸ ਵਿੱਚ ਉਹ ਜੋਟੀ ਬਣਾ ਕੇ ਚੱਲਦੀਆਂ ਹੋਣ, ਜਦੋਂ ਉਹ ਜੋਟੀ ਟੁੱਟ ਜਾਂਦੀ ਹੈ, ਉਹਨਾਂ ਦੀ ਅਲੱਗ-ਅਲੱਗ ਹੋ ਜਾਣ, ਤਾਂ ਉਦੋਂ ਫਿਰ ਦੁਸ਼ਮਣ ਉਹਨਾਂ ਤੇ ਹਾਵੀ ਹੋ ਜਾਂਦਾ ਹੈ। ਫਿਰ ਸ਼ਤਰੰਜ ਖੇਡਦਿਆਂ ਹੋਇਆਂ ਜੇ ਕਿਤੇ ਸ਼ਤਰੰਜ ਦੀਆਂ ਨਰਦਾਂ ਦੀ ਜੋਟੀ ਟੁੱਟ ਜਾਵੇ ਤਾਂ ਉਦੋਂ ਵੀ ਸਾਹਮਣਾ ਖਿਡਾਰੀ ਜਿਹੜਾ ਹਾਵੀ ਹੋ ਜਾਂਦਾ ਹੈ। ਤੀਜਾ ਇਸ਼ਾਰਾ ਸਾਹਿਬ ਪਾਤਸ਼ਾਹ ਦਾ ਇਹ ਸੀ ਕਿ ਤੇਰੇ ਕੋਲ ਜਿਹੜੀਆਂ ਦੋ ਮੋਹਰਾਂ ਨੇ ਇਹ ਜੋੜੀ ਹੈ। ਜਿਵੇਂ ਆਪਾਂ ਕਲੀ ਜੋਟਾ ਨਿੱਕੇ ਹੁੰਦੇ ਖੇਡਦੇ ਹੁੰਦੇ ਸੀ, ਇਹ ਜੋਟਾ ਹੈ, ਤੂੰ ਇਹਨੂੰ ਤੋੜ ਦਿੱਤਾ ਹੈ, ਇਹਨਾਂ ਨੂੰ ਅਲੱਗ-ਅਲੱਗ ਕਰ ਦਿੱਤਾ ਹੈ, ਇਸ ਕਰਕੇ ਹੁਣ ਤੁਹਾਡਾ ਅੰਤ ਹੋਏਗਾ। ਤਾਂ ਹਜੂਰ ਪਾਤਸ਼ਾਹ ਇੰਜ ਇਹਨੂੰ ਸਮਝਾ ਕੇ ਇਸ਼ਾਰਾ ਕਰਨ ਲੱਗੇ, ਘਰ ਲਗ ਜਾਨ ਨਾ ਦੇਹ ਸੁਜਾਨ। ਤੇ ਸਾਹਿਬ ਕਹਿੰਦੇ ਹੁਣ ਤੂੰ ਘਰੇ ਨਹੀਂ ਜਾਏਗਾ, ਘਰ ਲੱਗ ਦੇਨ ਨਾ ਜਾਹਿ ਸੁਜਾਨ। ਆ ਜਿਹੜਾ ਕੁਛ ਤੂੰ ਕਰ ਲਿਆ ਨਾ, ਇੰਜ ਸਮਝ ਲਾ ਤੂੰ ਇਹ ਮੋਹਰਾਂ ਨਹੀਂ ਅਲੱਗ ਕੀਤੀਆਂ, ਤੂੰ ਜੋਟੀ ਤੋੜ ਦਿੱਤੀ ਹੈ, ਹੁਣ ਤੂੰ ਘਰੇ ਨਹੀਂ ਜਾ ਪਾਵੇਂਗਾ। ਪਹੁੰਚੈ ਤੁਰਤ ਕਰਹਿ ਤਿਸਹਾਨ। ਤੇ ਇਹ ਸਾਰਾ ਕੁਛ ਜਿਹੜਾ ਤੁਰੰਤ ਹੁਣ ਤੁਹਾਡਾ ਨੁਕਸਾਨ ਹੋਵੇਗਾ। ਯਾ ਤੇ ਤੁਮ ਕੋ ਭਇਓ ਕੁਸੋਨ। ਸਭ ਕਹਿੰਦੇ ਬਸ ਇੰਜ ਸਮਝ ਲਾ, ਅਸੀਂ ਤੇ ਮੰਨਦੇ ਨਹੀਂ ਆ, ਪਰ ਤੂੰ ਸਮਝ ਲਾ ਵੀ ਤੇਰੇ ਵਾਸਤੇ ਇਹ ਕੁਸੌਨ ਭਾਵ ਖੋਟਾ ਸ਼ਗਨ ਹੋ ਗਿਆ, ਅਪ ਸ਼ਗਨ ਹੋ ਗਿਆ ਕਿ ਤੂੰ ਆਪ ਹੀ ਇਹ ਦੋ ਮੋਹਰਾਂ ਦੀ ਜੋਟੀ ਜਿਹੜੀ ਇਹਨਾਂ ਨੂੰ ਅਲੱਗ-ਅਲੱਗ ਕਰ ਲਿਆ ਹੈ। ਮੁਸ਼ਕਲ ਮਹਾ ਪਹੁੰਚਵੇ ਪੋਨ। ਬਸ ਇੰਜ ਕਹਿ ਲਾ ਤੂੰ ਬੜੀ ਮੁਸ਼ਕਲ ਹੀ ਹੈ ਜੇ ਕਿਤੇ ਘਰੇ ਪਹੁੰਚ ਜਾਵੇਂ, ਨਹੀਂ ਤਾਂ ਤੇਰੀ ਕੋਈ ਆਸ ਨਹੀਂ ਹੈ। ਸ੍ਰੀ ਗੁਰੂ ਨਾਨਕ ਕੋ ਘਰ ਅਗਮ। ਕਿਉਂਕਿ ਇਹ ਜਿਹੜਾ ਘਰ ਹੈ ਨਾ, ਸਾਹਿਬ ਕਹਿੰਦੇ ਗੁਰੂ ਨਾਨਕ ਦਾ ਘਰ ਹੀ, ਤੇ ਇਹ ਅਗਮ, ਇਹ ਅਗਾਧ ਬੋਧ ਹੈ। ਅਕਾਲ ਪੁਰਖ ਪਰਮੇਸ਼ਰ ਵੀ ਅਗਾਧ ਬੋਧ, ਉਹਦਾ ਵੀ ਕੋਈ ਪਾਰਾਵਾਰ ਨਹੀਂ, ਤੇ ਗੁਰੂ ਨਾਨਕ ਦੇ ਘਰ ਦਾ ਵੀ ਕੋਈ ਪਾਰਾਵਾਰ ਨਹੀਂ ਹੈ। ਇਹਾਂ ਨਾ ਚਲ ਹੈ ਸਤਰੂ ਕੋ ਛਦਮ। ਤੇ ਜੇ ਕੋਈ ਸ਼ਤਰੂ ਕਵੇ ਕਿ ਮੈਂ ਇੱਥੇ ਛਲ ਚਲਾ ਲਾਂਗਾ, ਹਜੂਰ ਕਹਿੰਦੇ ਇਹਾਂ ਨਾ ਚੱਲੇ ਸ਼ਤਰੂ ਕੋ ਛਦਮ, ਕਿ ਸ਼ਤਰੂ ਦਾ ਛਲ ਫਰੇਬ ਇੱਥੇ ਨਹੀਂ ਉਹ ਚੱਲਦਾ। ਤੇ ਇਕੱਲੇ ਸ਼ਤਰੂ ਦੀ ਗੱਲ ਛੱਡੋ, ਮਤਾ ਕੋਈ ਕਵੇ ਵੀ ਸਾਡਾ ਤੇ ਚੱਲ ਜਾਂਦਾ ਹੋਊਗਾ, ਅਸੀਂ ਕਿਹੜਾ ਸ਼ਤਰੂ ਆ, ਇੱਥੇ ਕਿਸੇ ਦਾ ਛਲ ਨਹੀਂ ਜੇ ਚੱਲਦਾ। ਇੱਥੇ ਚਤੁਰਾਈ ਨਾ ਚਤੁਰ ਭੁਜ ਪਾਈ ਹੈ, ਚਤੁਰਾਈਆਂ ਨਾਲ ਨਹੀਂ ਇੱਥੇ ਗੱਲ ਬਣਦੀ। ਹਜੂਰ ਕਹਿੰਦੇ ਇੱਥੇ ਕਦੀ ਛਲ ਫਰੇਬ ਨਹੀਂ ਚੱਲਦੇ। ਕਰਾਮਾਤਿ ਕਾਮਲ ਬਖਿਆਤੀ। ਇਹ ਘਰ ਗੁਰੂ ਨਾਨਕ ਦਾ ਹੈ ਤੇ ਭਲਿਆ ਗੁਰੂ ਨਾਨਕ ਕਰਾਮਾਤ ਦੇ ਅੰਦਰ ਕਾਮਲ ਨੇ, ਬਿਲਕੁਲ ਪੂਰੇ ਹਨ। ਤਿਸ ਕੋ ਦੇਨ ਕਰਹਿ ਸਖਿਆਤੀ। ਤੇ ਗੁਰੂ ਨਾਨਕ ਕਦੀ ਕਰਾਮਾਤਾਂ, ਇਸ ਘਰ ਦਾ ਜੋ ਉਪਦੇਸ਼ ਹੈ ਕਰਾਮਾਤ ਦਿਖਾਉਣੀ ਕਹਿ ਰਿਹਾ ਹੈ। ਸਾਹਿਬ ਕਹਿੰਦੇ ਇਸ ਤਰ੍ਹਾਂ ਕਦੀ ਵਿਖਿਆਤ ਨਹੀਂ ਕਰਦੇ, ਕਦੀ ਕਿਸੇ ਨੂੰ ਦਿੰਦੇ ਨਹੀਂ ਹਾਂ। ਜੇ ਗੀਦੀ ਚਿਤ ਚਾਹ ਕੋਏ। ਪਰ ਜੇ ਕੋਈ ਗੀਦੀ, ਕੋਈ ਕਾਇਰ ਤੇਰੇ ਵਰਗਾ ਆਪ ਚਾਹੁੰਦਾ ਹੋਵੇ ਕਿ ਮੈਨੂੰ ਕਰਾਮਾਤ ਦਿਓ, ਤੇ ਕਰਾਮਾਤ ਦੇ ਕਹਿਰ, ਸਭ ਕਹਿੰਦੇ ਜੇ ਕੋਈ ਤੇਰੇ ਵਰਗਾ ਹੁਣ ਆਪ ਇਸ ਕਹਿਰ ਨੂੰ ਲੈਣਾ ਚਾਹੁੰਦਾ ਹੋਵੇ। ਜਲ ਕਨ ਉਦਦ ਨਾ ਘਟ ਹੋਏ। ਤੈਨੂੰ ਇੱਕ ਉਦਾਹਰਣ ਦਿੰਦੇ ਆ, ਸਮੁੰਦਰ ਦੇ ਵਿੱਚੋਂ ਕੋਈ ਇੱਕ ਬੂੰਦ ਪਾਣੀ ਦੀ ਕੱਢ ਲਏ ਤੇ ਸਮੁੰਦਰ ਕਦੀ ਘਟਣ ਨਹੀਂ ਲੱਗੇ ਹਨ। ਤੁਰਕ ਸੁਨਤ ਮਨ ਮੈਂ ਬਿਸਮਾਇਓ। ਸਾਹਿਬ ਦਾ ਇਸ਼ਾਰਾ ਇਹ ਸੀ, ਗੁਰੂ ਨਾਨਕ ਦਾ ਘਰ
ਇਹਨਾਂ ਕਰਾਮਾਤਾਂ ਦਾ ਸਮੁੰਦਰ ਹੈ, ਤੂੰ ਕਿਹੜੇ ਚੱਕਰਾਂ ਵਿੱਚ ਫਿਰਦਾ ਹੈ ਵੀ ਇੱਥੇ ਖਣੀ ਕੁਝ ਹੈ ਕਿ ਨਹੀਂ ਹੈ। ਸਾਹਿਬ ਕਹਿੰਦੇ ਜੇ ਤੂੰ ਦੇਖਣਾ ਤਾਂ ਇੰਜ ਸਮਝ ਲੈ ਤੇਰੇ ਵਰਗੇ ਗੀਦੀਆਂ ਨੂੰ ਇੱਕ ਅੱਧੀ ਬੂੰਦ ਹੀ ਦਿੰਦੇ ਆ, ਉਹਨਾਂ ਤੋਂ ਉਹ ਵੀ ਨਹੀਂ ਫਿਰ ਸਾਂਭੀ ਜਾਂਦੀ ਹੁੰਦੀ। ਜਦੋਂ ਇਹਨੂੰ ਇਹ ਬਚਨ ਗੁਰੂ ਪਾਤਸ਼ਾਹ ਨੇ ਕਹੇ, ਇਹ ਸਾਰੀ ਕਹਾਣੀ ਸਮਝ ਗਿਆ ਵੀ ਮੇਰੇ ਤੇ ਪੁੱਠੀ ਪੈ ਗਈ ਹੈ। ਹੁਣ ਮਨ ਵਿੱਚ ਹੈਰਾਨ ਹੋਣ ਲੱਗਾ, ਛਿਮਾਹੇਤ ਕਰ ਜੋਰ ਅਲਾਇਓ। ਉਸੇ ਵੇਲੇ ਹੱਥ ਜੁੜ ਗਿਆ ਕਿ ਨਹੀਂ ਮਹਾਰਾਜ ਮੈਨੂੰ ਮਾਫ ਕਰ ਦਿਓ, ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ, ਮੈਂ ਤੁਹਾਡੀ ਪਰਖ ਕਰਨ ਲੱਗ ਪਿਆ। ਮੈਂ ਸਮਝਦਾ ਸੀ ਸ਼ਾਇਦ ਇੱਥੇ ਕਰਾਮਤ ਹੈ ਹੀ ਨਹੀਂ, ਮਹਾਰਾਜ ਇੱਥੇ ਖਜ਼ਾਨੇ ਨੇ ਤੇ ਸਮੁੰਦਰ ਭਰੇ ਹਨ। ਧੰਨ ਧੰਨ ਪੂਰਨ ਗੁਰ ਅਹੋ। ਤੇ ਫਿਰ ਕਹਿੰਦਾ ਮਹਾਰਾਜ ਤੁਸੀਂ ਧੰਨ ਹੋ, ਤੁਸੀਂ ਧੰਨ ਹੋ, ਤੁਸੀਂ ਪੂਰੇ ਗੁਰੂ ਹੋ। ਇਹ ਤਾਂ ਮੈਂ ਸ਼ੰਕਾ ਕਰ ਲਿਆ ਸੀ, ਤੁਸੀਂ ਸਤਿਗੁਰੂ ਗੁਰੂ ਨਾਨਕ ਮਹਾਰਾਜ ਦੀ ਜੋਤ ਦੇ ਮਾਲਕ ਹੋ, ਤੁਸੀਂ ਸਮਰੱਥ ਸਰਬ ਕਲਾ ਸੰਪੰਨ ਹੋ। ਸਭ ਘਟ ਘਟ ਕੀ ਜਾਣਤ ਅਹੋ। ਮਹਾਰਾਜ ਵਾਕਈ ਤੁਸੀਂ ਘਟ ਘਟ ਦੀ ਕਣ ਕਣ ਦੀ ਜਾਣਨ ਵਾਲੇ ਹੋ। ਹੋਈ ਸੋ ਬੀਤੀ ਛਿਮਹੁ ਅਪਰਾਧੂ। ਕਹਿੰਦਾ ਮਹਾਰਾਜ ਛੱਡੋ, ਜੋ ਹੋਈ ਉਹਨੂੰ ਹੋਈ ਬੀਤੀ ਨੂੰ ਛੱਡ ਦਿਓ। ਮੇਰੇ ਤੋਂ ਗਲਤੀ ਹੋ ਗਈ, ਮੈਂ ਇਹ ਫੁਰਨਾ ਮਨ ਵਿੱਚ ਬਣਾ ਲਿਆ, ਤੁਹਾਡੀ ਪਰਖ ਕਰਨ ਲੱਗ ਗਿਆ। ਮਹਾਰਾਜ ਹੁਣ ਤਰਸ ਕਰੋ, ਇਹ ਮੇਰਾ ਅਪਰਾਧ ਜਿਹੜਾ ਮਾਫ ਕਰ ਦੇਣਾ ਕਰੋ। ਸਰਲ ਸੁਭਾਓ ਸਦਾ ਸਮ ਸਾਧੂ। ਮਹਾਰਾਜ ਤੁਹਾਡਾ ਸੁਭਾਅ ਤੇ ਸਾਧੂਆਂ ਵਰਗਾ ਹੈ, ਸਦਾ ਸਰਲਤਾ ਨਾਲ ਭਰਿਆ ਹੈ, ਜੋ ਸ਼ਰਨ ਆ ਜਾਂਦਾ ਉਹਨੂੰ ਖਿਮਾ ਦੇ ਦਿੰਦੇ ਹੋ। ਤਬ ਸਤਿਗੁਰ ਕੈ ਅਗਰ ਹਟਾਇਓ। ਇੰਨਾ ਵਚਨ ਜਦੋਂ ਇਹਨੇ ਬੋਲ ਕਹੇ ਨਾ, ਹਜੂਰ ਪਾਤਸ਼ਾਹ ਜੀ ਨੇ ਇਹਨੂੰ ਇਸ਼ਾਰਾ ਕਰਕੇ ਪਾਸੇ ਕਰ ਦਿੱਤਾ ਕਿ ਨਹੀਂ ਹੁਣ ਤੂੰ ਪਾਸੇ ਹੋ ਜਾ। ਕਿਉਂਕਿ ਇਹਦਾ ਅੱਗੇ ਬਹੁਤ ਸੋਹਣਾ ਇੱਕ ਜ਼ਿਕਰ ਆਏਗਾ। ਸਾਹਿਬ ਨੇ ਇਹਦੇ ਨਾਲ ਫਿਰ ਕੋਈ ਬਚਨ ਨਹੀਂ ਕੀਤਾ, ਇਹਨੂੰ ਇਸ਼ਾਰਾ ਕੀਤਾ ਵੀ ਹੁਣ ਤੂੰ ਪਾਸੇ ਹਟ ਕੇ ਬਹਿ ਜਾ। ਇੱਕ ਦਿਸ ਮੈਂ ਕਹਤਾ ਹੈ ਬਿਠਾਇਓ। ਸਾਹਿਬ ਨੇ ਇਸ਼ਾਰਾ ਕਰਕੇ ਇਹਨੂੰ ਇੱਕ ਪਾਸੇ ਬਿਠਾ ਦਿੱਤਾ ਕਿ ਹੁਣ ਤੇਰਾ ਸਾਡਾ ਕੋਈ ਮੇਲ ਜੋਲ ਨਹੀਂ। ਸੰਗਤ ਕੁਛ ਤਬੈ ਚਲ ਆਈ। ਇੰਨੀ ਦੇਰ ਨੂੰ ਕੁਛ ਕੁ ਸੰਗਤ ਜਿਹੜੀ ਹੈ ਉਹ ਹਜੂਰ ਪਾਤਸ਼ਾਹ ਜੀ ਦੇ ਕੋਲ ਆ ਗਈ। ਦਰਸ਼ਨ ਕਰਨ ਭੇਟ ਭੋਲਿਆਈ। ਤੇ ਸੰਗਤਾਂ ਦਰਸ਼ਨ ਕਰਨ ਆਉਂਦੀਆਂ, ਤੇ ਜਿਹੜੀ ਵੀ ਸੰਗਤ ਆਉਂਦੀ ਆ ਉਹ ਭੇਟਾ ਲੈ ਕੇ ਆਉਂਦੀ ਸੀ। ਤਾਂ ਸੰਗਤਾਂ ਦਰਸ਼ਨ ਕਰਦੀਆਂ ਨੇ, ਬਹੁਤ ਭੇਟਾਵਾਂ ਗੁਰੂ ਸਾਹਿਬ ਅੱਗੇ ਰੱਖਣ ਲੱਗੀਆਂ। ਕਰ ਕਰ ਬੰਦਨ ਅਗਰ ਚੜਾਵੈ। ਤੇ ਨਮਸਕਾਰਾਂ ਕਰ ਕਰਕੇ ਬੇਸ਼ਕੀਮਤੀ ਬਹੁਮੁੱਲੀਆਂ ਭੇਟਾ ਗੁਰੂ ਸਾਹਿਬ ਅੱਗੇ ਚੜਾਉਣ ਲੱਗੇ। ਜੋਰਤ ਹੱਥ ਕਾਮ ਨਾ ਪਾਵੈ। ਤੇ ਫਿਰ ਭੇਟਾ ਚੜਾ ਕੇ ਕੋਈ ਹੰਕਾਰ ਨਹੀਂ ਕਰਦੇ, ਕੋਈ ਨਾਂ ਨਹੀਂ ਲਿਖਾਉਂਦੇ ਪੱਖਿਆਂ ਦੇ ਉੱਤੇ, ਜਿਵੇਂ ਅੱਜ ਆਪਾਂ ਲਿਖਾਈ ਫਿਰਦੇ ਆ। ਓਨੀ ਅਸੀਂ ਗਰਾਈ ਨਹੀਂ ਦਿੱਤੀ ਹੁੰਦੀ ਜਿੰਨਾ ਮਹਿੰਗਾ ਗੁਰਦੁਆਰੇ ਦਾ ਪੱਥਰ ਲੱਗ ਜਾਂਦਾ ਸਾਡਾ ਨਾਂ ਲਿਖਦੇ ਆਂ। ਉਹ ਇਹ ਲੋਕ ਜਿਹੜੇ ਗੁਰੂ ਕੇ ਪਿਆਰ ਵਾਲੇ ਸੀ, ਭੇਟਾ ਰੱਖਦੇ ਜਾਂਦੇ, ਨਮਸਕਾਰ ਕਰਦੇ ਜਾਂਦੇ, ਆਪਣੀ ਬੇਨਤੀ ਕਹਿੰਦੇ ਤੇ ਅਗਾਂਹ ਹੁੰਦੇ ਜਾਂਦੇ ਹਨ। ਸ਼ਸਤਰ ਬਸਤਰ ਭੂਖਣ ਨਗ ਜਰੇ। ਕੋਈ ਸੋਹਣੇ ਸ਼ਸਤਰ ਰੱਖਦਾ ਹੈ, ਕੋਈ ਸੋਹਣੇ ਵਸਤਰ ਰੱਖਦਾ ਹੈ, ਕੋਈ ਹੀਰੇ ਜਵਾਹਰਾਤਾਂ ਨਾਲ ਜੜੇ ਹੋਏ ਗਹਿਣੇ ਰੱਖਦਾ ਹੈ। ਅਨਕ ਤੁਰੰਗਮ ਕੀ ਨਸ ਖਰੇ। ਕੋਈ ਹਜੂਰ ਪਾਤਸ਼ਾਹ ਜੀ ਦੇ ਕੋਲ ਲਿਆ ਕੇ ਬਹੁਤ ਮਹਿੰਗੇ ਮੁੱਲ ਦੇ ਘੋੜੇ ਖੜੇ ਕਰ ਦਿੰਦਾ ਹੈ। ਜਬ ਹੈ ਅਕੋਰਨ ਲਗੇ ਅੰਬਾਰੂ। ਜਦੋਂ ਇਹ ਭੇਟਾਵਾਂ ਦੇ ਢੇਰ ਲੱਗ ਗਏ ਨੇ, ਕਿਉਂਕਿ ਸੰਗਤਾਂ ਇੱਕ ਤੋਂ ਇੱਕ ਭੇਟਾ ਰੱਖਣ ਲੱਗੀਆਂ, ਢੇਰ ਲੱਗਦੇ ਪਏ ਹਨ। ਔਰ ਬਿਸਮਾਨਿਓ ਤੁਰਕ ਉਦਾਰੂ। ਇਹ ਜਿਹੜਾ ਤੁਰਕ ਅਨਵਰ ਖਾਂ ਸੀ ਨਾ, ਇਹ ਮਨ ਵਿੱਚ ਬੜਾ ਹੈਰਾਨ ਹੋਇਆ ਦੇਖ ਕਰਕੇ। ਸਾਹੋ ਮੁਲਕ ਮਾਲਿਕ ਜੋ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਸਾਡਾ ਬਾਦਸ਼ਾਹ ਜਿਹੜਾ ਉਹ ਸਾਰੇ ਮੁਲਕ ਦਾ ਮਾਲਕ ਹੈ, ਸਾਰੀ ਇਹ ਜਿਹੜੀ ਮੁਲਕ ਦੀ ਧਰਤੀ ਹੈ ਉਹਦਾ ਬਾਦਸ਼ਾਹ ਹੈ, ਉਹਦਾ ਮਾਲਕ ਬਣਿਆ ਹੋਇਆ ਹੈ। ਇਹ ਤੋ ਧਨ ਨਿਤ ਪ੍ਰਤਨ ਹੈ ਲਹਿ। ਪਰ ਇੰਨਾ ਧਨ ਤੇ ਸਾਡੇ ਬਾਦਸ਼ਾਹ ਨੂੰ ਨਹੀਂ ਰੋਜ਼ ਚੜ੍ਹਦਾ ਹੋਣਾ, ਇੰਨਾ ਤੇ ਉਹਨੂੰ ਨਹੀਂ ਲੋਕ ਲਿਆ ਕਰਕੇ ਦਿੰਦੇ ਜਿੰਨਾ ਗੁਰੂ ਹਰਗੋਬਿੰਦ ਮਹਾਰਾਜ ਨੂੰ ਦੇ ਦਿੱਤਾ। ਜਬਰੀ ਕਰਹਿ ਪ੍ਰਜਾ ਤੇ ਲੇਤ। ਸਾਡਾ ਬਾਦਸ਼ਾਹ ਸ਼ਾਹਜਹਾਂ ਕਹਿੰਦਾ ਨਾਲੇ ਪ੍ਰਜਾ ਦੇ ਨਾਲ ਜਬਰੀ ਕਰਦਾ, ਭਾਵ ਧੱਕੇ ਨਾਲ ਖੋਹਦਾ ਹੈ। ਦੇਖ ਦੁਖੀ ਹੋਏ ਜੇ ਤੱਕ ਨਰ ਦੇਤ। ਤੇ ਜਿੰਨੇ ਵੀ ਮਨੁੱਖ ਦਿੰਦੇ ਨੇ ਦੁਖੀ ਹੋ ਕੇ ਹੀ ਦਿੰਦੇ ਨੇ। ਜਦੋਂ ਰਾਜਾ ਧਨ ਖੋਹਦਾ ਕੋਈ ਖੁਸ਼ੀ ਨਾਲ ਥੋੜੀ ਦਿੰਦਾ ਸੀਗਾ। ਕਹਿੰਦਾ ਸਾਡਾ ਰਾਜਾ ਲੋਕਾਂ ਤੋਂ ਖੋਹਦਾ, ਉਹ ਦੁਖੀ ਹੋ ਕੇ ਦਿੰਦੇ ਨੇ, ਬੜਾ ਕੁਝ ਮਿਲਦਾ ਉਹਨੂੰ, ਪਰ ਇੰਨਾ ਤੇ ਉਹਨੂੰ ਵੀ ਕਦੀ ਇੱਕ ਦਿਨ ਵਿੱਚ ਨਹੀਂ ਮਿਲਦਾ ਹੋਵੇਗਾ। ਧਨੀ ਕੇ ਰੰਗ ਇਹਾ ਧਨ ਲਿਆਵੈ। ਪਰ ਇੱਥੇ ਮੈਂ ਕੀ ਦੇਖਦਾ, ਭਾਵੇਂ ਕੋਈ ਗਰੀਬ ਹੈ ਭਾਵੇਂ ਕੋਈ ਅਮੀਰ ਹੈ, ਸਾਰੇ ਹੀ ਇੱਥੇ ਲਿਆ ਕੇ ਧਨ ਸੋਨਾ ਗਹਿਣੇ ਹੋਰ ਬੇਸ਼ਕੀਮਤੀ ਚੀਜ਼ਾਂ ਜਿਹੜੀਆਂ ਉਹ ਅਰਪਣ ਕਰ ਰਹੇ ਹਨ। ਅਰਪ ਆਨੰਦਤ ਸੀਸ ਨਿਵਾਵੈ। ਕਮਾਲ ਦੀ ਗੱਲ ਮਨ 'ਚ ਸੋਚਦਾ, ਕਹਿੰਦਾ ਹੈਰਾਨੀ ਇਹ ਹੁੰਦੀ ਪਈ ਹੈ ਵੀ ਇੰਨੀਆਂ ਮਹਿੰਗੀਆਂ ਭੇਟਾਵਾਂ ਲਿਆ ਕੇ ਰੱਖਦੇ ਨੇ, ਨਮਸਕਾਰ ਕਰਦੇ ਨੇ, ਅਸੀਸ ਲੈਂਦੇ ਤੇ ਅਗਾਂਹ ਹੋ ਜਾਂਦੇ ਹਨ। ਕਰ ਜੋਰਤ ਪੁਨ ਬਿਨੈ ਬਖਾਨਾ। ਤੇ ਫਿਰ ਕੋਈ ਇਹ ਨਹੀਂ ਕਹਿੰਦਾ ਮਹਾਰਾਜ ਮੈਂ ਇੰਨੇ ਹਜ਼ਾਰ ਦਿੱਤਾ, ਮੇਰਾ ਫਲਾਣਾ ਕੰਮ ਕਰ ਦਿਓ, ਮੇਰਾ ਆਹ ਕੰਮ ਨਿਬੇੜ ਦਿਓ। ਬਸ ਇੰਨਾ ਹੀ ਕਹਿੰਦੇ ਨੇ ਕਿ ਮਹਾਰਾਜ ਜੀ ਸਾਡੇ ਤੇ ਇੱਕ ਆਹ ਕਿਰਪਾ ਕਰਿਓ। ਯਾ ਖੁਦਾਏ ਤਨ ਆਏ ਮਹਾਨ। ਕਿ ਬਸ ਯਾ ਖੁਦਾਏ, ਧੰਨ ਗੁਰੂ ਹਰਗੋਬਿੰਦ ਮਹਾਰਾਜ
ਧਨ ਆਏ ਮਹਾਨਾ, ਭਾਵ ਕਿ ਸਾਨੂੰ ਹੋਰ ਮਾਇਆ ਦਿਓ, ਹੋਰ ਧਨ ਸਾਡੇ ਤੇ ਬਖਸ਼ਿਸ਼ ਕਰਿਓ ਤਾਂ ਕਿ ਅਸੀਂ ਹੋਰ ਵੱਡੀਆਂ ਸੇਵਾਵਾਂ ਕਰ ਸਕੀਏ। ਇਤਿਆਦਿਕ ਭੋਰੀ ਦੇ ਵਿਚਾਰਾ। ਇਸ ਤਰ੍ਹਾਂ ਇਹ ਕੋਲ ਬੈਠਾ ਸਾਰਾ ਕੁਝ ਦੇਖਦਾ ਹੈ ਤੇ ਮਨ ਦੇ ਵਿੱਚ ਬੜੇ ਕਿਆਸ ਲਾਉਂਦਾ ਹੈ, ਬੜਾ ਵਿਚਾਰ ਕਰਦਾ ਹੈ। ਤਬ ਲੋ ਏਕ ਸਿੱਖ ਸੁਨਿਆਰਾ। ਇੰਨੀ ਦੇਰ ਨੂੰ ਇੱਕ ਸੁਨਿਆਰਾ ਸਿੱਖ ਜਿਹੜਾ ਹੈ ਉਹ ਪਾਤਸ਼ਾਹ ਕੋਲ ਆਇਆ। ਅਚਰਜ ਚੌਪਰ ਧਰਿਓ ਅਗਾਰੀ। ਉਹਨੇ ਨਾ ਬੜੀ ਵਿਲੱਖਣ ਜੀ ਚੌਂਪੜ ਜਿਹਦੇ ਤੇ ਖੇਡਦੇ ਨੇ ਉਹ ਹਜ਼ੂਰ ਪਾਤਸ਼ਾਹ ਜੀ ਦੇ ਅੱਗੇ ਲਿਆ ਰੱਖੀ। ਬਸਤਰ ਬਚਿੱਤਰ ਰਚਿਓ ਚਿਤਕਾਰੀ। ਜਿਸ ਤੇ ਬਹੁਤ ਸੋਹਣੀ ਚਿੱਤਰਕਾਰੀ ਹੋਈ ਹੈ, ਜਿਸ ਦੀਆਂ ਨਰਦਾਂ ਜਿਹੜੀਆਂ ਨੇ ਉਹ ਵੀ ਬਹੁਤ ਸੋਹਣੀਆਂ ਬਣਾਈਆਂ ਤੇ ਸੋਹਣੇ ਇੱਕ ਕੱਪੜੇ ਦੇ ਵਿੱਚ ਉਹ ਜਿਹੜੀ ਚੌਪੜ ਹੈ ਉਹ ਲਪੇਟੀ ਹੈ। ਡਲ ਕੰਚਨ ਕੇ ਨਗ ਵਿੱਚ ਜਰੇ। ਉਹਦੇ ਜਿਹੜੇ ਡਲ ਨੇ ਨਾ ਜਿਹੜੇ ਸੁੱਟੇ ਜਾਂਦੇ ਨੇ ਉਹ ਵੀ ਉਹਨੇ ਸੋਨੇ ਦੇ ਬਣਾਏ ਹੋਏ ਹਨ, ਉਹਨਾਂ ਦੇ ਵਿੱਚ ਵੀ ਨਗ ਹੀਰੇ ਜੜੇ ਹੋਏ ਹਨ। ਅਨਕ ਰੰਗ ਕੇ ਦੀਪਤ ਖਰੇ। ਜਿਨ੍ਹਾਂ ਦੇ ਫਿਰ ਉਹ ਜਿਹੜੀਆਂ ਨਰਦਾਂ ਨੇ ਜਿਨ੍ਹਾਂ ਨੂੰ ਅੱਗੇ ਪਿੱਛੇ ਕਰਨਾ ਹੈ ਉਹ ਸਾਰੀਆਂ ਜਿਹੜੀਆਂ ਬੜੇ ਬੜੇ ਰੰਗਾਂ ਦੇ ਨਾਲ ਉਹਨੇ ਰੰਗ ਬਰੰਗੀਆਂ ਬਣਾਈਆਂ। ਚਾਮੀ ਕਰ ਕੀ ਨਰਦ ਵਿਸਾਲਾ। ਤੇ ਸਾਰੀਆਂ ਨਰਦਾਂ ਜਿਹੜੀਆਂ ਉਹ ਵੀ ਸੋਹਣੇ ਸੋਨੇ ਦੇ ਨਾਲ ਉਹਨਾਂ 'ਚ ਹੀਰੇ ਜੜ ਕੇ ਬਣਾਈਆਂ। ਚੂਨੀ ਜਰੀ ਜਿਨੂੰ ਮਹਿ ਜਾਲਾ। ਜਿਨ੍ਹਾਂ ਦੇ ਵਿੱਚ ਜਾਲਾ ਭਾਵ ਬਹੁਤ ਜਗਮਗ ਭਾਵ ਜਿਵੇਂ ਹੀਰੇ ਦੀ ਚਮਕ ਦਮਕ ਪੈਂਦੀ ਹੈ, ਇੰਜ ਉਹ ਸੋਹਣੀਆਂ ਸੋਹਣੀਆਂ ਹੀਰੇ ਦੀਆਂ ਕਣੀਆਂ ਲਾਈਆਂ ਹਨ। ਬਹੁਤ ਅਮੋਲਕ ਬਨਿਓ ਅਜਾਇਬ। ਭਾਵ ਇੰਜ ਮੋਟਾ ਜਿਹਾ ਅਰਥ ਕਹਿ ਦਈਏ ਵੀ ਇਹ ਬਹੁਤ ਮੁੱਲ ਦੀ, ਕੋਈ ਸਸਤੀ ਜੀ ਚੌਂਪੜ ਨਹੀਂ, ਬੜੀ ਲੱਖਾਂ ਦੀ ਇਹਨੂੰ ਕਹਿ ਸਕਦੇ ਹੋ ਇਹ ਚੌਂਪੜ ਲਿਆਉਂਦਾ ਹੈ। ਅਰਪਿਓ ਆਨ ਅਗਰ ਗੁਰ ਸਾਹਿਬ। ਤੇ ਹਜੂਰ ਪਾਤਸ਼ਾਹ ਜੀ ਦੇ ਸਾਹਮਣੇ ਲਿਆ ਕੇ ਨੇ ਅਰਪਣ ਕਰ ਦਿੱਤੀ। ਸੋ ਦੇਖਤ ਇਕੱਠੋ ਕਰਵਾਇਓ। ਤੇ ਸਾਹਿਬ ਜੀ ਨੇ ਦੇਖਿਆ, ਦੇਖਣ ਤੋਂ ਬਾਅਦ ਜਿਵੇਂ ਨੇ ਖੋਲ ਕੇ ਰੱਖੀ ਸੀ ਸਾਹਿਬ ਜੀ ਨੇ ਸਾਰੀ ਇਕੱਠੀ ਕਰਵਾ ਦਿੱਤੀ। ਲੈ ਪ੍ਰਭ ਜਾਨੂ ਤਰੇ ਟਿਕਾਇਓ। ਤੇ ਬੈਠਿਆਂ ਬੈਠਿਆਂ ਨਾ ਪਾਤਸ਼ਾਹ ਨੇ ਕਿਸੇ ਸਿੱਖ ਨੂੰ ਨਹੀਂ ਫੜਾਈ, ਜਾਨੂ ਤਰੇ ਜਿਵੇਂ ਆਪਾਂ ਕਹਿ ਲਈਏ ਨਾ ਗੋਡੇ ਥੱਲੇ ਰੱਖ ਲੈਣਾ ਕਿਸੇ ਚੀਜ਼ ਨੂੰ, ਸਾਹਿਬ ਨੇ ਇਕੱਠੀ ਕਰਵਾਈ ਤੇ ਫੜ ਕੇ ਆਪਣੇ ਗੋਡੇ ਥੱਲੇ ਰੱਖ ਲਈ ਹੈ। ਜਬ ਸਭ ਸੰਗਤ ਦਰਸ਼ਨ ਕੀਨ। ਜਦੋਂ ਸਾਰੀ ਸੰਗਤ ਦਰਸ਼ਨ ਕਰਕੇ ਬਹਿ ਗਈ, ਟਿਕ ਗਈ ਪਿਛਾਂ ਹਟ ਕੇ। ਸਰਬ ਅਕੋਰ ਅਰਪ ਕਰ ਦੀਨ। ਸਾਰਿਆਂ ਨੇ ਆਪਣੀਆਂ ਆਪਣੀਆਂ ਭੇਟਾਂ ਜਿਹੜੀਆਂ ਜਦੋਂ ਅਰਪਣ ਕਰ ਦਿੱਤੀਆਂ। ਬੈਠੇ ਮਨੋ ਕਾਮਨਾ ਪਾਏ। ਸਾਰਿਆਂ ਨੇ ਆਪਣੀਆਂ ਮਨੋ ਕਾਮਨਾ ਜਿਹੜੀਆਂ ਉਹ ਜਦੋਂ ਪੂਰੀਆਂ ਕਰਵਾ ਲਈਆਂ। ਤਬ ਅਨਵਰ ਬੋਲਿਓ ਇਸ ਭਾਏ। ਉਸ ਵਕਤ ਫਿਰ ਅਨਵਰ ਖਾਂ ਜਿਹੜਾ ਹੈ ਇਹ ਹਜੂਰ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਕਹਿਣ ਲੱਗਾ। ਸੁਨੋ ਪੀਰ ਕਿਆ ਮਨ ਮਹਿ ਪਾਇਓ। ਕਹਿੰਦਾ ਮਹਾਰਾਜ ਮੈਨੂੰ ਇੱਕ ਗੱਲ ਦੱਸੋ, ਮੈਂ ਪੁੱਛਣਾ ਚਾਹਣਾ ਅੱਜ ਤੁਹਾਡੇ ਮਨ 'ਚ ਕੀ ਇਸ ਤਰ੍ਹਾਂ ਦਾ ਖਿਆਲ ਆ ਗਿਆ ਹੈ। ਬੇਰੁਖ ਤੋਰ ਮਹਿ ਦਿਖਰਾਇਓ। ਕਿ ਤੁਸੀਂ ਮੇਰੇ ਨਾਲ ਅੱਜ ਬੜਾ ਬੇਰੁੱਖਾ ਜਿਹਾ ਵਰਤਾਵਾ ਕਰ ਰਹੇ ਹੋ, ਭਾਵ ਮੇਰੇ ਨਾਲ ਬੜਾ ਬੇਰੁੱਖਾ ਜਿਹਾ ਸੁਭਾਅ ਅੱਜ ਵਰਤ ਰਹੇ ਹੋ। ਮਿਲਤੇ ਪ੍ਰੀਤ ਸਮੇਤ ਹਮੇਸ। ਮਹਾਰਾਜ ਅੱਗੇ ਮੈਂ ਇੰਨੀ ਵਾਰ ਤੁਹਾਡੇ ਕੋਲ ਆਇਆ, ਜਦੋਂ ਵੀ ਆਉਣਾ ਤੁਸੀਂ ਬੜੇ ਪਿਆਰ ਦੇ ਨਾਲ ਬੜਾ ਹੱਸ ਕੇ ਬੜੇ ਖੁਸ਼ ਹੋ ਕੇ ਮੈਨੂੰ ਮਿਲਦੇ ਹੋ। ਦੇਨ ਲੈਨ ਕਰ ਕਰ ਅਸੇਸ। ਤੇ ਜਦੋਂ ਮੈਂ ਜਾਣ ਲੱਗਦਾ ਉਦੋਂ ਵੀ ਮੈਨੂੰ ਬੜਾ ਕੁਛ ਦਿੰਦੇ ਹੋ, ਫਿਰ ਬਹਿ ਕੇ ਲੈਣ ਦੇਣ ਦੀਆਂ ਬਾਤਾਂ ਵੀ ਕਰਦੇ ਹੋ। ਅਬ ਕੇ ਲਈ ਨਜ਼ਰ ਭੀ ਨਹੀਂ। ਮਹਾਰਾਜ ਅੱਜ ਤੇ ਕਮਾਲ ਹੋ ਗਈ, ਤੁਸੀਂ ਵੇਖਿਆ ਤੱਕ ਨਹੀਂ ਮੇਰੇ ਵੱਲ, ਮੈਂ ਕਿੰਨੇ ਚਿਰ ਦਾ ਤੁਹਾਡੇ ਕੋਲ ਬੈਠਾ ਹਾਂ। ਅਪਰ ਬਾਤ ਕਰਨੀ ਕਿਤ ਕਹੀ। ਗੱਲਾਂ ਕਰਨੀਆਂ ਤੇ ਬਹੁਤ ਦੂਰ ਦੀ ਗੱਲ ਹੈ, ਅੱਜ ਤੁਸੀਂ ਵੇਖਿਆ ਤੱਕ ਨਹੀਂ ਮੇਰੇ ਵੱਲ। ਮਹਾਰਾਜ ਐਸੀ ਕੀ ਗੱਲ ਹੋ ਗਈ ਹੈ। ਗਨ ਰੰਕਨ ਕੀ ਦਿਸ ਰੁਖ ਕਰੋ। ਤੇ ਮਹਾਰਾਜ ਇਹ ਜਿਹੜੇ ਆਉਂਦੇ ਨੇ ਕੋਈ ਗਰੀਬ ਕੋਈ ਅਮੀਰ, ਇਹਨਾਂ ਸਾਰਿਆਂ ਵੱਲ ਤੁਸੀਂ ਬੜੇ ਧਿਆਨ ਨਾਲ ਦੇਖ ਰਹੇ ਹੋ, ਸਾਰਿਆਂ ਨਾਲ ਗੱਲਾਂ ਬਾਤਾਂ ਕਰਦੇ ਹੋ, ਪਰ ਮੇਰੇ ਵੱਲ ਅੱਜ ਤੁਹਾਡਾ ਧਿਆਨ ਹੀ ਕੋਈ ਨਹੀਂ ਹੈ। ਲੈ ਲੈ ਨਜ਼ਰ ਸੰਭਾਰਨ ਤਰੋ। ਤੇ ਮਹਾਰਾਜ ਸਾਰਿਆਂ ਦੀਆਂ ਭੇਟਾਵਾਂ ਜਿਹੜੀਆਂ ਉਹ ਲੈ ਲੈ ਕੇ ਤੁਸੀਂ ਸੰਭਾਲਦੇ ਵੀ ਪਏ ਹੋ। ਮਹਾਰਾਜ ਦੱਸੋ ਤੇ ਸਹੀ ਅੱਜ ਗੱਲ ਕੀ ਹੋਈ ਹੈ। ਜਦੋਂ ਇਹਨੇ ਫਿਰ ਸਵਾਲ ਕੀਤਾ ਤੇ ਕਿਤੇ ਨਾ ਕਿਤੇ ਪਤਾ ਇਹਨੂੰ ਵੀ ਆਪਾਂ ਨੂੰ ਵੀ ਹੈ ਵੀ ਅੱਜ ਗੁਰੂ ਸਾਹਿਬ ਇਹਦੇ ਵੱਲ ਕਿਉਂ ਨਹੀਂ ਦੇਖਦੇ ਪਏ, ਪਰ ਸਮਾਂ ਇਜਾਜ਼ਤ ਨਹੀਂ ਦੇਗਾ। ਸਾਹਿਬ ਨੂੰ ਬੜੀ ਸੋਹਣੀ ਇੱਕ ਉਦਾਹਰਣ ਦੇਣਗੇ ਕੱਲ ਨੂੰ ਕਿ ਬੜਾ ਪਿਆਰ ਸੀ ਤੇਰੇ ਨਾਲ, ਤੂੰ ਵੀ ਪਿਆਰ ਕਰਦਾ ਸੀ, ਬਸ ਛੋਟੀ ਜੀ ਗੱਲ ਨੇ ਤੇਰੇ ਤੇ ਮੇਰੇ ਵਿੱਚ ਬੜੀ ਵੱਡੀ ਦੀਵਾਰ ਖੜੀ ਕਰ ਦਿੱਤੀ ਹੈ। ਉਹ ਸਾਹਿਬ ਰਹਿਸ ਵਾਸਤੇ ਕੱਲ ਆਪਾਂ ਸਰਵਣ ਕਰਾਂਗੇ। ਇੱਥੇ ਸਮਾਂ ਸੰਪੰਨ ਹੈ। ਭੁੱਲਾਂ ਦੀ ਖਿਮਾ, ਦਾਤਾਰ ਸਮਤ ਦੀ ਦਾਤ ਬਖਸ਼ ਨਿਵਾਜਣਾ ਕਰਨਾ। ਸੁਨੋ ਪੀਰ ਕਿਆ ਮਨ ਮਹਿ ਪਾਇਓ। ਬੇਰੁਖ ਤੋਰ ਹਮਹਿ ਦਿਖਰਾਇਓ। ਮਿਲਤੇ ਪ੍ਰੀਤ ਸਮੇਤ ਹਮੇਸ। ਦੇਨ ਲੈਨ ਕਰ ਕਰ ਅਸੇਸ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।